महादेव। अच्छा, नहीं तो मैनू भैन गुरशरण हर एक वेले चेते करा देनी हुंदी है, अज नहीं कराया। सो असीं जिसलिए प्रभु दे वचन दे विच देखदे पए आ, ਉਹ ਇਹਨਾਂ ਚੀਜ਼ਾਂ ਨੂੰ ਦੇਖਦੇ ਪਏ ਹਾਂ। ਸੋ ਆਓ ਅਸੀਂ ਥੋੜਾ ਜਿਹਾ ਆਪਣੇ ਮੈਪ ਦੇ ਵਿੱਚ ਵਾਪਸ ਜਾਵਾਂਗੇ। ਉੱਥੋਂ ਮੈਂ ਥੋੜਾ ਜਿਹਾ ਕੁਇਕਲੀ ਕਰੂੰਗਾ ਕਿਉਂਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖ ਚੁੱਕੇ ਹਾਂ, ਉਸ ਮੈਪ ਨੂੰ ਵੀ ਬਹੁਤ ਵਾਰੀ ਦੇਖ ਚੁੱਕੇ ਹਾਂ। ਥੋੜਾ ਜਿਹਾ ਰਿਫਰੈਸ਼ ਹੋ ਜਾਾਂਗੇ, ਫਿਰ ਅੱਜ ਦੇ ਵਚਨ ਤੱਕ ਅਸੀਂ ਪਹੁੰਚ ਜਾਵਾਂਗੇ। ਸੋ ਲੈਟ ਮੀ ਸ਼ੇਅਰ ਦੈਟ ਸਕਰੀਨ। ਸੋ ਕਿਉਂਕਿ ਆਪਾਂ ਬਾਈਬਲ ਸ਼ੁਰੂ ਤੋਂ ਸ਼ੁਰੂ ਕੀਤੀ ਸੀ ਔਰ ਇੱਥੋਂ ਅਸੀਂ ਜਿਹੜੀਆਂ ਚੀਜ਼ਾਂ ਦੇਖੀਆਂ ਸੀ ਇਹਨਾਂ ਨੂੰ ਮੈਂ ਹਲਕਾ ਜਿਹਾ ਇਹਨਾਂ ਦੇ ਵਿੱਚ ਦੀ ਲੰਘੂੰਗਾ। ਅਸੀਂ ਪਹਿਲੇ ਮੈਪ ਦੇ ਵਿੱਚ ਇਹ ਦੇਖਿਆ ਸੀ ਕਿ ਪ੍ਰਭੂ ਨੇ ਜਿਸ ਵੇਲੇ ਸਾਰੀ ਧਰਤੀ ਔਰ ਆਕਾਸ਼ ਦੀ ਰਚਨਾ ਕੀਤੀ ਔਰ ਫਿਰ ਪ੍ਰਭੂ ਦੇ ਸ਼ਬਦ ਨੇ, ਉਸ ਦਾ ਜਿਹੜਾ ਸ਼ਬਦ ਕਿਰਿਆਸ਼ੀਲ ਸ਼ਬਦ ਹੈ। ਸਾਡਾ ਸ਼ਬਦ ਕਿਰਿਆਸ਼ੀਲ ਨਹੀਂ, ਸਾਡੇ ਹੱਥ ਕਿਰਿਆਸ਼ੀਲ। ਮੈਂ ਜਿੰਨੀ ਮਰਜ਼ੀ ਕਈ ਵਾਰੀ ਕਹੀ ਜਾਵਾਂ ਕਿ ਮੇਖ ਜਿਹੜੀ ਹੈਗੀ ਆ ਉਹ ਤੋਂ ਟੇਬਲ ਦੇ ਵਿੱਚ ਲੱਗ ਜਾ, ਉਹ ਨਹੀਂ ਲੱਗੂਗੀ। ਮੈਨੂੰ ਆਪਣੇ ਹੱਥਾਂ ਦੇ ਨਾਲ ਲਾਉਣੀ ਪਏਗੀ, ਉਹ ਲੱਕੜੀ ਮੈਨੂੰ ਆਪਣੇ ਹੱਥਾਂ ਦੇ ਨਾਲ ਕੱਟਣੀ ਪਊਗੀ ਔਰ ਫਿਰ ਜਾ ਕੇ ਉਹ ਬਣੂਗਾ। ਲੇਕਿਨ ਪ੍ਰਭੂ ਦਾ ਜਿਹੜਾ ਸ਼ਬਦ ਆ ਉਹ ਕਿਰਿਆਸ਼ੀਲ ਆ, ਉਹ ਜੋ ਕਹਿੰਦਾ ਉਹ ਹੋ ਜਾਂਦਾ। ਸੋ ਅਸੀਂ ਦੇਖਿਆ ਕਿ ਪ੍ਰਭੂ ਨੇ ਸਾਰੀਆਂ ਚੀਜ਼ਾਂ ਜੋ ਸਾਡੀਆਂ ਅੱਖਾਂ ਦੇਖਦੀਆਂ, ਜੋ ਨਹੀਂ ਦੇਖਦੀਆਂ, ਭਾਵੇਂ ਉਹ ਸਵਰਗ ਆ ਤੇ ਭਾਵੇਂ ਉਹ ਧਰਤੀ ਆ, ਭਾਵੇਂ ਬ੍ਰਹਮੰਡਲ ਆ ਤੇ ਭਾਵੇਂ ਉਹ ਸਮੁੰਦਰ ਆ, ਔਰ ਭਾਵੇਂ ਸਮੁੰਦਰ ਦੇ ਵਿੱਚ ਰਹਿਣ ਵਾਲੀਆਂ ਚੀਜ਼ਾਂ ਤੇ ਭਾਵੇਂ ਉਹ ਧਰਤੀ ਦੇ ਉੱਤੇ ਵਸਣ ਵਾਲੀਆਂ ਚੀਜ਼ਾਂ, ਭਾਵੇਂ ਉਹ ਘਾਹ ਕੱਖ ਤੇ ਭਾਵੇਂ ਉਹ ਜਾਨਵਰ ਆ, ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਪਹਿਲਿਆਂ 6 ਦਿਨਾਂ ਦੇ ਵਿੱਚ ਬਣਾਈਆਂ ਔਰ ਉਸਨੇ ਇਨਸਾਨ ਨੂੰ ਵੀ ਬਣਾਇਆ ਔਰ ਇਨਸਾਨ ਦੇ ਲਈ ਸਾਰੀ ਧਰਤੀ ਦੇ ਵਿੱਚੋਂ ਉਸਨੇ ਇੱਕ ਹਿੱਸਾ ਚੁਣਿਆ ਔਰ ਉੱਥੇ ਉਸਨੇ ਅਦਨ ਦਾ ਬਾਗ ਲਾਇਆ ਔਰ ਉਹ ਉੱਥੇ ਇਨਸਾਨ ਨੂੰ ਬਸਣ ਦੇ ਲਈ ਕਿਹਾ ਔਰ ਉਸਨੂੰ ਉੱਥੇ ਹੁਕਮ ਦਿੱਤਾ ਗਿਆ ਕਿ ਭਾਈ ਤੂੰ ਸਾਰੀਆਂ ਚੀਜ਼ਾਂ ਖਾ ਸਕਦਾ, ਲੇਕਿਨ ਇੱਕ ਦਰਖਤ ਸੀ ਪ੍ਰਭੂ ਨੇ ਉਹਦੇ ਵਿੱਚ ਰੱਖਿਆ ਜਿਹੜਾ ਉਸਨੇ ਉਸਨੂੰ ਖਾਣ ਦੇ ਲਈ ਮਨਾ ਕੀਤਾ ਗਿਆ। ਹੁਣ ਮੈਨੂੰ ਕੋਈ ਪੁੱਛਦਾ ਵੀ ਕਾਹਦਾ ਦਰਖਤ ਸੀਗਾ, ਉਹ ਐਪਲ ਸੀਗਾ ਕਿ ਔਰੰਜ ਸੀਗਾ, ਇਟ ਡਜ਼ ਨਾਟ ਮੀਨ ਦੈਟ। ਸਿਰਫ ਇੱਕੋ ਚੀਜ਼ ਉੱਥੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਕੁਛ ਮਨਾ ਕੀਤਾ, ਉਹਨਾਂ ਨੇ ਉਹੀ ਕੀਤਾ। ਔਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਜਿਸ ਵੇਲੇ ਆਦਮ ਔਰ ਈਵ ਤੀਸਰਾ ਚੈਪਟਰ ਦੇ ਵਿੱਚ ਅਸੀਂ ਬੇਸਿਕਲੀ ਪਹੁੰਚ ਚੁੱਕੇ ਹਾਂ, ਨੂੰ ਉਸ ਧਰਤੀ ਦੇ ਉੱਤੇ ਰੱਖਿਆ ਗਿਆ, ਤਾਂ ਉੱਥੇ ਅਸੀਂ ਸ਼ੈਤਾਨ ਨੂੰ ਪਹਿਲੀ ਵਾਰੀ ਆਉਂਦਾ ਦੇਖਦੇ ਹਾਂ ਔਰ ਉਸਨੇ ਆ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਕੋਈ ਐਸਾ ਵੀ ਦਰਖਤ ਹੈਗਾ ਜਿਹੜਾ ਤੁਸੀਂ ਫਲ ਨਹੀਂ ਖਾ ਸਕਦੇ। ਤਾਂ ਉਹਨਾਂ ਨੇ ਬੜਾ ਵਧਾ ਚੜਾ ਕੇ ਦੱਸਿਆ ਕਿ ਅਸੀਂ ਇਹ ਦਰਖਤ ਨੂੰ ਨਹੀਂ ਖਾ ਸਕਦੇ, ਇਹਨੂੰ ਅਸੀਂ ਛੂ ਵੀ ਨਹੀਂ ਸਕਦੇ, ਇਹਨੂੰ ਅਸੀਂ ਏਦਾਂ ਵੀ ਨਹੀਂ ਕਰ ਸਕਦੇ। ਲੇਕਿਨ ਪ੍ਰਭੂ ਦੀਆਂ ਬਰਕਤਾਂ ਨੂੰ ਉਹਨਾਂ ਨੇ ਘਟਾਇਆ। ਲੇਕਿਨ ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਕਿ ਪ੍ਰਭੂ ਨੇ ਸਾਨੂੰ ਦਿੱਤਾ ਕਿੰਨਾ ਕੁਛ। ਉੱਥੇ ਇੱਕ ਚੀਜ਼ ਦੀ ਕਮੀ ਸੀ, ਉਹ ਸੀ ਸ਼ੁਕਰਗੁਜ਼ਾਰੀ। ਅਗਰ ਸ਼ੁਕਰਗੁਜ਼ਾਰੀ ਉਹ ਦਿਲ ਦੇ ਵਿੱਚ ਹੁੰਦੀ ਤਾਂ ਪ੍ਰਭੂ ਨੂੰ ਕਹਿੰਦੇ ਕਿ ਨਹੀਂ, ਜੇ ਅਸੀਂ ਨਹੀਂ ਵੀ ਖਾ ਸਕਦੇ ਤਾਂ ਇੱਕੋ ਹੀ ਦਰਖਤ ਆ, ਹੋਰ ਅਸੀਂ ਹਰ ਇੱਕ ਚੀਜ਼ ਖਾ ਸਕਦੇ ਹਾਂ। ਔਰ ਉਸ ਨੂੰ ਬਾਕੀ ਦੀਆਂ ਚੀਜ਼ਾਂ ਦਿਖਾਉਂਦੇ ਕਿ ਭਾਈ ਆਹ ਦੇਖ, ਆਹ ਵੀ ਪ੍ਰਭੂ ਨੇ ਸਾਨੂੰ ਦਿੱਤਾ ਔਰ ਆਹ ਵੀ ਸਾਨੂੰ ਪ੍ਰਭੂ ਨੇ ਦਿੱਤਾ। ਲੇਕਿਨ ਉਹਨਾਂ ਨੇ ਕਿਹਾ ਉਹ ਉਹਦੀਆਂ ਗੱਲਾਂ ਦੇ ਵਿੱਚ ਆ ਗਏ ਔਰ ਉਹਨੇ ਇੱਕੋ ਚੀਜ਼ ਕਹੀ ਕਿ ਤੁਸੀਂ ਜਦੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਔਰ ਤੁਸੀਂ ਪਰਮੇਸ਼ਵਰ ਦੇ ਵਾਂਗ ਬਣ ਜਾਓਗੇ। ਹੁਣ ਇਹ ਚੀਜ਼ ਅੱਜ ਤੱਕ ਵੀ ਚੱਲਦੀ ਪਈ ਕਿ ਬਸ ਭਾਈ ਚਾਨਣ ਹੋ ਗਿਆ, ਫਲਾਣੇ ਬੰਦੇ ਅੱਖਾਂ ਖੁੱਲ ਗਈਆਂ ਔਰ ਫਿਰ ਉਹ ਰੱਬ ਬਣ ਕੇ ਬਹਿ ਜਾਂਦਾ ਤੇ ਸਾਰੇ ਉਹਨੂੰ ਪੂਜਣ ਲੱਗ ਪੈਂਦੇ ਆ। ਇਹ ਚੀਜ਼ ਉਹ ਮੰਗਦੇ ਸੀ, ਇਹ ਚੀਜ਼ ਉਹ ਮੰਗਦੇ ਸੀ ਔਰ ਉਹਨਾਂ ਨੇ ਉੱਥੇ ਉਸ ਨੂੰ ਖਾਧਾ, ਜਿਸ ਦੇ ਨਾਲ ਪ੍ਰਭੂ ਨੇ ਆ ਕੇ ਉਹਨਾਂ ਨੂੰ ਪੁੱਛਿਆ ਵੀ, ਜਿਸ ਲਈ ਉਹ ਲੋਕ ਗਏ ਝਾੜੀਆਂ 'ਚ ਲੁਕ ਕੇ ਬੈਠੇ ਹੋ ਔਰ ਪੁੱਛਿਆ ਕਿ ਭਾਈ ਤੁਸੀਂ ਕਿੱਥੇ ਆ? ਤੈਨੂੰ ਆਉਂਦਾ ਦੇਖ ਕੇ ਅਸੀਂ ਡਰ ਗਏ। ਸਭ ਤੋਂ ਪਹਿਲੇ ਜਿਹੜੀ ਸ਼ਬਦ ਡਰ ਜਿਹੜਾ ਉੱਥੇ ਆਇਆ, ਅਸੀਂ ਡਰ ਗਏ ਔਰ ਝਾੜੀਆਂ ਦੇ ਵਿੱਚ ਲੁਕ ਕੇ ਬੈਠੇ ਹੋ। ਔਰ ਉਹਨਾਂ ਨੇ ਪ੍ਰਭੂ ਨੇ ਪੁੱਛਿਆ ਕਿ ਤੁਸੀਂ ਉਹ ਫਲ ਤਾਂ ਨਹੀਂ ਖਾ ਲਿਆ? ਸੋ ਉਹਨਾਂ ਨੇ ਕੀ ਕੀਤਾ, ਆਦਮ ਨੇ ਹਵਾ ਨੂੰ ਦੇ ਉੱਤੇ ਇਲਜ਼ਾਮ ਲਾਇਆ ਕਿ
आ जिहड़ी तू मैनू दित्ती है, इन्हें वो फल खाता और उन्हें सप दे उत्ते इल्जाम लाता और दोनों ने उस चीज की माफी नहीं मंगी, माफी नहीं मंगी। दोनों ने प्रभु ते इल्जाम लाया कि तू ये सब कुछ किया। तो प्रभु ने कहा कि ठीक है, हुण तां इन्हां दी अखां खुल गई और उत्थे असीं पहली बलि हुंदी देखते हैं। प्रभु ने उन्होंने चमड़े के कपड़े पहनाए, उन्होंने उतों कढ़ दिता और फिर उत्थे प्रॉमिस भी एक दिता गया जिहड़ा प्रभु यसू मसीह दे लई सी, जिहड़ा प्रॉमिस उन्होंने 3:15 दे विच मिलिया कि जिहड़ा औरत दा जिहड़ा सीड आ, बीज आ, वो इसनूं करेगा। ये हमेशा जिहड़ा बच्चा हुंदा बाप दा हुंदा, औरत दा नहीं हुंदा। लेकिन प्रभु ने औरत नूं उत्थे सब तो पहला बरकत दी और इसे करके प्रभु यसू मसीह जिस वे धरती के उत्ते आए आ तां वो कुआरी तो पैदा हुए। ये बरकत औरत नूं उत्थों मिली और उत्थों ही असीं ये ब्लड लाइन चलदी देखते पे हां, जिस दे राहीं असीं बचाए जाण। प्रभु यसू मसीह दा जिहड़ा वादा आ वो इत्थों ही शुरू हो जांदा और इसे करके प्रभु यसू मसीह दे लई क्या कि धरती दीयां नीहां रखण तो पहला ही जिहड़ा सलीब दे उत्ते चढ़ाया। सो साडी जिहड़ी मुक्ति है इत्थों शुरू हुंदी है और असीं इत्थों ये ब्लड लाइन चलदी देखते पए हां। सो असीं जिसले नैक्सट स्लाइड दे उत्ते आउने आ, नैक्सट स्लाइड दे विच असीं उन्हां दे दो बच्चे पैदा उन्हां दे हुंदे देखते पए हां, केन और हावल। और वो बलि चढ़ाउण जांदे आ, एक फल फ्रूट लैके जांदा, एक लेला लैके गया और ये चीज नहीं सीगी कि प्रभु ने जरूर लेले दी बलि लैनी सी। उसने कायन नूं कहा कि तू और तेरी बलि मैनूं पसंद। कायन और कायन दी बलि, क्योंकि उहदा अंतकरण जिहड़ा सी ओह प्रभु नूं पसंद नहीं सी। उहदे अंतकरण च खोट सी, उहदे अंतकरण दे विच जैलसी सी, खून सी, मौत सी और उसने उस चीज तो गुस्से होकर अपने भरा का कतल कर दिता और असीं पहला कतल बाइबल दे विच इत्थे हुंदा देखते पए हां। और प्रभु ने उन्हां दे उत्ते रहम कीती, उन्हां दे एक होर पुत्र जम्मिया जिसका नाम सैथ सी और उन्हां तो कुनवे स्टार्ट होए। इत्थे बड़े क्वेश्चन पूछे जाते हैं जी कि जिहड़ियां आदम दे जिहड़े मुंडे सी उन्हां दे लई कुड़ियां कित्थों आईयां, उन्होंने ब्याह कितना करा। अच्छा, दो थ्योरीज है कि आदम दे घर, आदम और हवा दे घर बेटियां भी पैदा हुई और वो जिहड़े पहले ब्याह सी उन्हां दे उदां होए और दूसरी बाइबल ओदे बारे चुप। और दूसरी थ्योरी ये है, दूसरी चीज ये है कि जे प्रभु आदम दे लई ओदी पत्नी ओदी पसली तो बना सकदा ते की कायन और सैथ तो नहीं बना सकदा कि बार बार वो चीज़ों का लिखना जरूरी सीगा। और इट डज नॉट मैटर जेड़े मर्जी एंगल थानी देख लो, जेड़ी हवा भी सी वो भी आदम का एक हिस्सा सी, जेड़े मर्जी एंगल दे नाल देख लो। और ओदे राहीं अगर तुहानू इस इत्थों होर कोई क्वेश्चन होएगा तुसीं लेटर ऑन मैनूं पुछ सकदे हां, आपां इस ते टाइम स्पेंड कर सकदे हां। सो उत्थों जिहड़ी बेसिकली असीं दो लाइनां चलदियां देखदे पए हां। कायन तो एक वक्री लाइन चली और सैथ तो वक्री चली है और जिहड़ा लहू जिहड़ा बहाया गया, जिहड़ा साडे लई बहाया जाना सी, प्रभु यसू मसीह दी जिहड़ी आमद होनी सी वो सैथ दे राहीं होई पर कायन दे राहीं सिर्फ असीं ये देखदे पए हां ओदे विच ओदे राहीं ये लाइन नहीं चली। सो प्रभु दा चुनाव शुरू तो शुरू हो गया, ये प्रभु दा चुनाव सी। सो असीं इन्हां बजुर्गां दे नाम जिहड़ा बाइबल दे विच पढ़दे पए हां और फिर असीं देखदे पए हां कि इनोश, कैनान, मथूसला, जैरड, ईनॉक। फिर ईनॉक दे विच असीं पहली बारी देखदे पए कि कोई बंदा प्रभु दी हजूरी दे विच इन्ना मगन आ कि प्रभु दी हजूरी दे विच ही उठा लिया गया। पहला इंसान जिहड़ा जिउंदा प्रभु दी हजूरी दे विच उठा लिया गया, जिसने मौत दा स्वाद नहीं चखिया। उसका जिहड़ा पुत्र सी मथूसला, लैमक और लैमक तो बाद नोआ।
और फिर ਅਸੀਂ ਨੋਆ ਦਾ ਫਲੱਡ ਦੇਖਦੇ ਹਾਂ। ਨੋਆ ਦੇ ਫਲੱਡ ਦੇ ਵਿੱਚ ਹਰ ਸਾਲ ਲੈਣ ਵਾਲੀ ਚੀਜ਼ ਜੋ ਧਰਤੀ ਦੇ ਉੱਤੇ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਨੋਆ ਔਰ ਉਸ ਦਾ ਪਰਿਵਾਰ ਬਚਾਇਆ ਗਿਆ। ਔਰ ਉਸ ਤੋਂ ਬਾਅਦ ਨੋਆ ਨੂੰ ਵਰਦਾਨ ਦਿੱਤਾ ਗਿਆ ਕਿ ਉਹ ਧਰਤੀ ਨੂੰ ਅੱਗੇ ਵਧਾਏ। ਔਰ ਫਿਰ ਅਸੀਂ ਦੇਖਦੇ ਪਏ ਕਿ ਨੋਹਾ ਦੇ ਗਾਂ 3 ਪੁੱਤਰ ਔਰ ਤਿੰਨਾਂ ਪੁੱਤਰਾਂ ਦੇ ਵਿੱਚੋਂ ਹਾਮ, ਸ਼ੈਮ, ਯਾਫਤ ਔਰ ਪ੍ਰਭੂ ਨੇ ਸ਼ੈਮ ਨੂੰ ਚੁਣਿਆ। ਹਾਮ ਨੂੰ ਸਭ ਤੋਂ ਜ਼ਿਆਦਾ ਕਰਸ ਮਿਲੀ। ਜੈਫਤ ਔਰ ਨੂੰ ਕਿਹਾ ਗਿਆ ਕਿ ਤੂੰ ਸ਼ੈਮ ਤੇ ਤੂੰ ਇਕੱਠੇ ਤੰਬੂ ਦੇ ਥੱਲੇ, ਕਹਿਣ ਦਾ ਮਤਲਬ ਕਿ ਤੁਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਰਲ ਕੇ ਚਲੋਗੇ। ਇਹਨਾਂ ਦੋਨਾਂ ਨੂੰ ਬਰਕਤ ਮਿਲੀ ਆ, ਲੇਕਿਨ ਹਾਮ ਨੂੰ ਔਰ ਉਸਦੇ ਬੇਟੇ ਕਨਾਨ ਦੇ ਕਰਕੇ ਉਸ ਨੂੰ ਇਸ ਚੀਜ਼ ਦਾ ਸਰਾਪ ਮਿਲਿਆ। ਵੀ ਕੈਨ ਸੀ ਦੈਟ ਲੇਟਰ ਔਨ, ਜਿਸੇ ਗਾਂ ਦਿਖਾਂਗੇ। ਹਾਲੇ ਬਹੁਤ ਵਾਰੀ ਇਹਨਾਂ ਨੂੰ ਦੇਖਣਾ, ਫਿਰ ਉਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਖੋਲ ਕੇ ਦੇਖਾਂਗੇ। ਫਿਰ ਅਸੀਂ ਬਾਬਲ ਦਾ ਟਾਵਰ ਦੇਖਦੇ ਹਾਂ ਕਿ ਉੱਥੇ ਉਹਨਾਂ ਸਾਰਿਆਂ ਨੇ ਰਲ ਕੇ ਇੱਕ ਟਾਵਰ ਬਣਾਇਆ। ਔਰ ਕਿਉਂਕਿ ਹਾਲੇ ਉਹਨਾਂ ਨੂੰ ਚੇਤਾ ਸੀ ਕਿ ਕਿਸ ਤਰ੍ਹਾਂ ਫਲੱਡ ਆਇਆ, ਸਾਰੀਆਂ ਚੀਜ਼ਾਂ ਆਈਆਂ। ਸੋ 2 ਥਿਊਰੀਜ਼ ਆ, ਇੱਕ ਤਾਂ ਉਹ ਪਰਮੇਸ਼ਰ ਤੋਂ ਨੂੰ ਪਹੁੰਚਣਾ ਮੰਗਦੇ ਸੀ, ਦੂਜੀ ਹੈਗੀ ਕਿ ਉਹਨਾਂ ਨੇ ਮੰਦਿਰ ਬਣਾਇਆ, ਔਰ ਤੀਸਰੀ ਹੈਗੀ ਕਿ ਉਹਨਾਂ ਨੇ ਆਪਣੇ ਲਈ ਏਡਾ ਉੱਚਾ ਟਾਵਰ ਬਣਾਇਆ ਕਿ ਜੇ ਮੁੜ ਕੇ ਹੜ੍ਹ ਆਏ ਤਾਂ ਡੁੱਬ ਨਾ ਸਕਣ। ਲੇਕਿਨ ਪ੍ਰਭੂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਕੰਮ ਆ ਉਹ ਜਿਹੜੇ ਇਹਨਾਂ ਦੇ ਕੰਮ ਆ ਉਹ ਹੁਣ ਬਹੁਤ ਵਿਗੜਨ ਵਾਲੇ ਬਣ ਗਏ ਔਰ ਪ੍ਰਭੂ ਨੇ ਉਹਨਾਂ ਨੂੰ ਖੰਡਾ ਦਿੱਤਾ। ਸੋ ਅਸੀਂ ਉੱਥੋਂ ਹਾਮ ਤੋਂ, ਜਿੱਥੋਂ ਅਫਰੀਕਾ ਔਰ ਅਰੇਬੀਆ ਦੇ ਲੋਕ ਨਿਕਲੇ, ਜਿਹੜੇ ਸ਼ੈਮ ਇਜ਼ਰਾਈਲ ਦੇ ਲੋਕ, ਜਿੱਥੋਂ ਅਸੀਰੀਆ ਔਰ ਸੀਰੀਆ ਦੇ ਲੋਕ, ਔਰ ਏਸ਼ੀਆ ਮਾਈਨਰ ਜਿੱਥੋਂ ਯੂਰੋਪੀਅਨ ਲੋਕ ਜਿਹੜੇ ਹੈਗੇ ਆ ਉਹ ਜੈਫਤ ਦੇ ਕਬੀਲੇ ਦੇ ਵਿੱਚੋਂ ਨਿਕਲੇ। ਔਰ ਇਹ ਤਿੰਨੇ ਹੀ ਅਸੀਂ ਕਬੀਲਿਆਂ ਨੂੰ ਦੇਖਦੇ ਪਏ ਹਾਂ। ਔਰ ਆਹ ਜਿਹੜਾ ਇੱਥੇ ਸਰਾਫ ਵੀ ਦਿੱਤਾ ਗਿਆ ਔਰ ਜਿਹੜੀ ਬਰਕਤ ਵੀ ਦਿੱਤੀ ਗਈ, ਇਹਨੂੰ ਅਸੀਂ ਪ੍ਰਕਾਸ਼ ਦੀ ਪੋਥੀ ਤੱਕ ਦੇਖਣਾ ਕਿ ਇਹਨੇ ਪ੍ਰਕਾਸ਼ ਦੀ ਪੋਥੀ ਤੱਕ ਪਿੱਛਾ ਕਰਨਾ ਔਰ ਪ੍ਰਕਾਸ਼ ਦੀ ਪੋਥੀ ਤੱਕ ਜਾ ਕੇ ਨੋਹਾ ਦਾ ਜਿਹੜਾ ਸਰਾਫ ਆ ਉਹ ਉੱਥੇ ਜਾ ਕੇ ਮੁੱਕਣਾ। ਸੋ ਜਿਹੜੇ ਸਰਾਫ ਆ ਪ੍ਰਭੂ ਦੇ ਵਚਨ ਦੇ ਵਿੱਚ ਔਰ ਜਿਹੜੀਆਂ ਬਰਕਤਾਂ ਆ, ਇਸ ਦਾ ਬੜਾ ਧਿਆਨ ਰੱਖੋ ਆਪਣੇ ਬੱਚਿਆਂ ਦੇ ਨਾਲ। ਜਿਸ ਲਈ ਤੁਸੀਂ ਗੱਲ ਕਰਦੇ ਆ ਬੜੇ ਧਿਆਨ ਦੇ ਨਾਲ ਕਰੋ, ਕਿਉਂਕਿ ਇਹ ਬਹੁਤ ਦੂਰ ਤੱਕ ਪਿੱਛਾ ਕਰਦੀਆਂ ਚੀਜ਼ਾਂ। ਸੋ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਸ਼ੈਮ ਦੇ ਕਬੀਲੇ ਦੇ ਵਿੱਚੋਂ ਅਬਰਾਹਮ ਨੂੰ ਚੁਣਿਆ, ਜਿਸ ਦੀ ਕੋਈ ਔਲਾਦ ਨਹੀਂ ਸੀਗੀ ਔਰ ਉਹ ਬਹੁਤ ਬਜ਼ੁਰਗ ਹੋ ਚੁੱਕਾ ਸੀ। ਔਰ ਉਸ ਤੋਂ ਪ੍ਰਭੂ ਨੇ ਸੰਤਾਨ ਪੈਦਾ ਕੀਤੀ ਔਰ ਉਸ ਨੂੰ ਪ੍ਰਭੂ ਨੇ 2 ਪੁੱਤਰ ਦਿੱਤੇ, ਈਸੋ ਔਰ ਆਇਜ਼ਕ। ਔਰ ਆਇਜ਼ਕ ਤੋਂ ਪ੍ਰਭੂ ਨੇ, ਅਬਰਾਹਮ ਤੋਂ ਆਇਜ਼ਕ ਔਰ ਆਇਜ਼ਕ ਤੋਂ ਪ੍ਰਭੂ ਨੇ ਫਿਰ ਉਸ ਨੂੰ ਪੁੱਤਰ ਦਿੱਤਾ ਯਾਕੂਬ। ਔਰ ਜਿਸਲੇ ਉਸ ਦਾ ਪੁੱਤਰ ਈਸੋ ਤੇ ਜੇਕਬ ਜਿਹੜੇ 2 ਸੀਗੇ, ਈਸੋ ਨੂੰ ਪ੍ਰਭੂ ਨੇ ਵਰਦਾਨ ਨਹੀਂ ਦਿੱਤਾ। ਜਿਸ ਤਰ੍ਹਾਂ ਅਸੀਂ ਪਿੱਛੇ ਦੇਖਦੇ ਆਏ ਕਿ ਕਨਾਨ ਨੂੰ ਉਹ ਵਰਦਾਨ ਨਹੀਂ ਮਿਲਿਆ। ਇਹਨਾਂ ਤੋਂ ਅਦੋਮੀ ਲੋਕ ਨਿਕਲੇ ਜਿਨ੍ਹਾਂ ਨੂੰ ਅਸੀਂ ਗਾਂ ਜਾ ਕੇ ਦੁਆਰਾ ਦੇਖਣਾ, ਜਿਸ ਲਈ ਪ੍ਰਭੂ ਨੇ ਕਹਿਣਾ ਕਿ ਇਹ ਮੈਂ ਜ਼ਮੀਨ, ਇਹਨਾਂ ਨੂੰ ਵੀ ਪ੍ਰਭੂ ਨੇ ਵੀ ਇਹਨਾਂ ਨੂੰ ਬਰਕਤ ਦਿੱਤੀ ਔਰ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਨਾ ਕੀਤਾ ਕਿ ਇਹਨਾਂ ਦੀ ਜ਼ਮੀਨ ਦੇ ਉੱਤੇ ਤੁਸੀਂ ਕਬਜ਼ਾ ਨਹੀਂ ਕਰਨਾ, ਕਿਉਂਕਿ ਇਹਨਾਂ ਦੇ ਕੋਲ ਵੀ ਅਬਰਾਹਮ ਦੀ ਬਰਕਤ ਹੈ। ਸੋ ਲੇਕਿਨ ਅਸੀਂ ਦੇਖਿਆ ਕਿ ਪ੍ਰਭੂ ਨੇ ਉਸਦਾ ਨਾਂ ਜੇਕਬ ਸੀ, ਮਤਲਬ ਕਿ ਧੋਖੇਬਾਜ਼। ਪ੍ਰਭੂ ਨੇ ਉਸਦਾ ਜਿਹੜਾ ਨਾਂ ਬਦਲ ਕੇ ਇਜ਼ਰਾਈਲ ਰੱਖਿਆ, ਜਿਸ ਦੇ 12 ਪੁੱਤਰ ਹੋਏ ਔਰ 12 ਦੇ ਵਿੱਚੋਂ ਜਿਹੜਾ ਪ੍ਰਭੂ ਦਾ ਜਿਹੜਾ ਵਰਦਾਨ ਆ ਉਹ ਅਸਲ ਦੇ ਵਿੱਚ ਯਹੂਦਾ ਨੂੰ ਮਿਲਿਆ, ਜਿਹਦੇ ਨਾਂ ਦੇ ਉੱਤੇ ਅਸੀਂ ਦੇਸ਼ ਦਾ ਇੱਕ ਹਿੱਸਾ ਬਣਦਾ ਦੇਖਣਾ। ਹੁਣ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਉਹ ਹਿੱਸੇ ਦਾ ਨਾਂ ਇਹਦੇ ਉੱਤੇ ਚੱਲਣਾ। ਔਰ ਫਿਰ ਅਸੀਂ ਦੇਖਿਆ ਕਿ ਪ੍ਰਭੂ ਨੇ ਇਹਨਾਂ ਨੂੰ ਜਿੱਥੇ ਰੱਖਿਆ ਸੀ ਉਸ ਧਰਤੀ ਦੇ ਉੱਤੇ ਅਕਾਲ ਪੈ ਗਿਆ ਔਰ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਜਿਪਟ ਦੇ ਵਿੱਚ ਜਾਣਾ ਪਿਆ। ਔਰ ਇਜਿਪਟ ਦੇ ਵਿੱਚ ਉਹਨਾਂ ਨੂੰ 400 ਸਾਲ ਦੀ ਗੁਲਾਮੀ ਕੱਟਣੀ ਪਈ ਔਰ ਫਿਰ ਪ੍ਰਭੂ ਉਹਨਾਂ ਨੂੰ ਉੱਥੋਂ ਮੂਸਾ ਦੇ ਰਾਹੀਂ ਕੱਢ ਕੇ ਲੈ ਕੇ ਆਇਆ ਔਰ ਪ੍ਰਭੂ ਨੇ ਆਪਣੇ ਵਾਅਦੇ ਅਨੁਸਾਰ ਪ੍ਰਭੂ ਨੇ ਮੂਸਾ ਦੇ ਰਾਹੀਂ ਉਹਨਾਂ ਨੂੰ 10 ਮਿਰਾਕਲਸ ਜਿਹੜੇ ਉਸਨੇ ਉਸ ਧਰਤੀ ਦੇ ਉੱਤੇ ਕੀਤੇ ਔਰ ਫਿਰ ਆ ਕੇ ਉਸਨੇ ਲਾਲ ਸਾਗਰ ਨੂੰ ਖੋਲਿਆ। ਲਾਲ ਸਾਗਰ ਦੇ ਵਿੱਚੋਂ ਦੀ ਉਹ ਆਪਣੇ ਲੋਕਾਂ ਨੂੰ 2 ਰੀਜ਼ਨਸ ਕਰਕੇ ਉਹ ਕੱਢ ਕੇ ਲੈ ਕੇ ਆਇਆ। ਰਸਤਾ ਤਾਂ ਲਾਲ ਸਾਗਰ ਦੇ ਪਰਲੇ ਪਾਸੇ ਦੀ ਵੀ ਸੀਗਾ। ਅਗਰ ਪ੍ਰਭੂ ਉਹਨਾਂ ਨੂੰ ਲਾਲ ਸਾਗਰ ਦੇ ਪਰਲੇ ਪਾਸੇ ਦੀ ਵੀ ਲੈ ਕੇ ਆਉਂਦਾ ਤੇ ਫਿਰ ਮੁਸੀਬਤ ਇਹ ਹੋ ਜਾਣੀ ਸੀ ਕਿ ਜਿਹੜੀ
ਜਿਹੜੀ ਪਿੱਛੇ ਈਜਿਪਟ ਮਿਸਰ ਦਾ ਜਿਹੜੀ ਆਰਮੀ ਸੀਗੀ ਉਹਨਾਂ ਨੇ ਕਦੀ ਵੀ ਇਹਨਾਂ ਦਾ ਪਿੱਛਾ ਨਹੀਂ ਛੱਡਣਾ ਸੀ, ਕਿਉਂਕਿ ਇਹ ਗੁਲਾਮ ਲੋਕ ਸੀਗੇ। ਇਹਨਾਂ ਦਾ ਪਿੱਛਾ ਉਹਨਾਂ ਕਦੀ ਵੀ ਨਹੀਂ ਸੀ ਛੱਡਣਾ। ਔਰ ਇਸ ਕਰਕੇ ਪ੍ਰਭੂ ਉਹਨਾਂ ਨੂੰ ਲਾਲ ਸਾਗਰ ਦੇ ਵਿੱਚ ਦੀ ਲੈ ਕੇ ਗਿਆ। ਸਭ ਤੋਂ ਪਹਿਲਾਂ ਤਾਂ ਪ੍ਰਭੂ ਨੇ ਉਹਨੂੰ ਦਿਖਾਇਆ ਕਿ ਮੈਂ ਪ੍ਰਭੂ ਹਾਂ ਔਰ ਮੈਂ ਅਜੀਬ ਕੰਮ ਕਰਦਾ। ਸੋ ਪ੍ਰਭੂ ਨੇ ਆਪਣੀ ਸ਼ਕਤੀ ਉਹਨਾਂ ਨੂੰ ਦਿਖਾਈ। ਉਸਨੇ ਲਾਲ ਸਾਗਰ ਨੂੰ ਖੋਲਿਆ, ਆਪਣੇ ਲੋਕਾਂ ਨੂੰ ਉਹਨਾਂ ਦੇ ਵਿੱਚੋਂ ਦੀ ਕੱਢ ਕੇ ਲੈ ਕੇ ਆਇਆ ਔਰ ਉਸਨੇ ਉਸਦੇ ਵਿੱਚ ਮਿਸਰ ਦੀ ਜਿਹੜੀ ਆਰਮੀ ਸੀਗੀ ਉਸਨੂੰ ਡੁਬੋ ਕੇ ਮਾਰ ਦਿੱਤਾ, ਜਿਸ ਦੇ ਨਾਲ ਕਮ ਸੇ ਕਮ ਜਿਹੜੇ ਅਗਲੇ 40 ਸਾਲ ਸੀਗੇ ਉਹ ਬਚੇ ਰਹੇ, ਕਿਉਂਕਿ ਅਗਲੇ 40 ਸਾਲ ਮਿਸਰ ਨੂੰ ਮੁੜ ਕੇ ਫੇਰ ਰੀਸੈਟ ਹੋਣ ਦੇ ਲਈ ਲੱਗ ਗਏ। ਅਸੀਂ ਉਹ ਸਾਰੀਆਂ ਵੀਡੀਓਜ਼ ਦੇਖ ਚੁੱਕੇ ਹਾਂ। ਔਰ ਉਸ ਤੋਂ ਬਾਅਦ ਉਹਨੂੰ ਪ੍ਰਭੂ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ ਔਰ ਉਹਨਾਂ ਨੇ ਹਾਲੇ ਤੱਕ 3 ਦਿਨ ਨਹੀਂ ਸੀ ਹੋਏ, ਉਹਨਾਂ ਨੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ। ਔਰ ਸਭ ਤੋਂ ਪਹਿਲਾਂ ਮਾਰਾ ਦੀ ਜਗ੍ਹਾ ਦੇ ਉੱਤੇ ਉਹ ਪ੍ਰਭੂ ਦੇ ਲਈ ਬੁੜਬੁੜਾਏ, ਸਾਨੂੰ ਪਾਣੀ ਨਹੀਂ ਮਿਲਦਾ ਤੇ ਤੂੰ ਸਾਨੂੰ ਇੱਥੇ ਮਾਰਨ ਦੇ ਲਈ ਲੈ ਕੇ ਆਇਆ। ਔਰ ਫਿਰ ਇਸੇ ਤਰ੍ਹਾਂ ਉਹ ਅਲੀਮ ਦੀ ਜਗ੍ਹਾ ਤੇ ਫਿਰ ਉਹ ਰੈਫੀਮ ਦੀ ਜਗ੍ਹਾ ਤੇ ਉਹ ਬੁੜਬੁੜਾਏ। ਫਿਰ ਉਹ ਜਿਸ ਵੇਲੇ ਮਾਊਂਟ ਸਾਇਨਾਈ ਦੇ ਲਾਗੇ ਪਹੁੰਚੇ ਤਾਂ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਭੁੱਖ ਲੱਗੀ ਹੈ, ਅਸੀਂ ਇੱਥੇ ਕੀ ਖਾਵਾਂਗੇ। ਸੋ ਉਹ ਜਿਸ ਵੇਲੇ ਮਾਊਂਟ ਸਾਇਨਾਈ ਦੇ ਲਾਗੇ ਪਹੁੰਚੇ ਤਾਂ ਪ੍ਰਭੂ ਨੇ ਉਹਨਾਂ ਨੂੰ ਮੰਨਾ ਦਿੱਤਾ, ਜੋ ਸਵਰਗ ਤੋਂ ਹਰ ਰੋਜ਼ ਸਵੇਰੇ ਉਹਨਾਂ ਦੇ ਲਈ ਆਉਂਦਾ ਸੀ ਔਰ ਉਹ ਇਕੱਠਾ ਕਰਦੇ ਸੀ ਔਰ ਉਸਨੂੰ ਖਾਂਦੇ ਸੀ। ਅਗਲੇ 40 ਸਾਲ ਤੱਕ ਜਿਸ ਲਈ ਉਹ ਕਦੇਸ਼ ਬਰਨਾ ਦੇ ਲਾਗੇ ਪਹੁੰਚੇ, ਇੱਥੇ ਪਹੁੰਚੇ ਤੇ ਇੱਥੋਂ ਉਹਨਾਂ ਨੇ 12 ਸਪਾਈਸ ਕੱਲੇ, ਹਰੇਕ ਕਬੀਲੇ ਦੇ ਵਿੱਚੋਂ ਇੱਕ। ਔਰ ਉਹਨਾਂ ਨੂੰ ਜਾ ਕੇ ਕਿਹਾ ਕਿ ਜਾ ਕੇ ਦੇਖ ਕੇ ਆਓ ਕਿ ਧਰਤੀ ਕਿੱਦਾਂ ਦੀ ਜਿਹੜੀ ਪ੍ਰਭੂ ਨੇ ਸਾਨੂੰ ਦਿੱਤੀ ਹੈ। ਔਰ ਜਿਸ ਲਈ ਉਹ ਵਾਪਸ ਆਏ ਤਾਂ ਉਹਨਾਂ ਨੇ ਰੋਣ ਧੋਣ ਪਾ ਦਿੱਤਾ ਕਿ ਉੱਥੇ ਦੇ ਜਿਹੜੇ ਲੋਕ ਆ ਉਹ ਰਾਖਸ਼ਾਂ ਵਰਗੇ ਆ, ਉਹਨਾਂ ਨੇ ਸਾਨੂੰ ਜਿਉਂਦੇ ਚੱਬ ਜਾਣਾ, ਉਹਨਾਂ ਨੇ ਸਾਨੂੰ ਜਿਉਂਦੇ ਖਾ ਜਾਣਾ। ਲੇਕਿਨ ਜਾਸ਼ੂਆ ਇੱਕ ਐਸਾ ਇਨਸਾਨ ਸੀ ਜਿਸਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਪ੍ਰਭੂ ਨੇ ਸਾਡਾ ਪ੍ਰਭੂ ਸਾਡੇ ਨਾਲ ਆ, ਉਹ ਸਾਡੀ ਮਦਦ ਕਰੇਗਾ। ਸੋ 2 ਜਾਣੇ ਐਸੇ ਸੀਗੇ ਜਿਨ੍ਹਾਂ ਨੇ ਪ੍ਰਭੂ ਦੀ ਬਰਕਤ ਦੇ ਉੱਤੇ ਭਰੋਸਾ ਰੱਖਿਆ ਕਿ ਨਹੀਂ, ਪ੍ਰਭੂ ਸਾਡੇ ਨਾਲ। ਸੋ ਪ੍ਰਭੂ ਨੇ ਕਿਹਾ ਕਿ ਇਹਨਾਂ ਤੋਂ ਸਿਵਾਏ ਉਸ ਧਰਤੀ ਨੂੰ ਹੁਣ ਜਿਹੜੇ ਇੱਥੇ ਜਿਉਂਦੇ ਆ ਇਹ ਨਹੀਂ ਦੇਖਣਗੇ, ਇਹ ਸਾਰੇ ਇੱਥੇ ਮਰਨਗੇ, ਇਹਨਾਂ ਦੇ ਬੱਚੇ ਗਾਂ ਜਾਣਗੇ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਾਸ਼ੂਆ ਦੇ ਨਾਲ ਉਹ ਇੱਥੇ ਮੂਸਾ ਦੀ ਮੌਤ ਹੋ ਗਈ। ਜਾਸ਼ੂਆ ਨੂੰ ਸਾਰੀ ਕਮਾਂਡ ਦੇ ਦਿੱਤੀ ਗਈ। ਜਾਸ਼ੂਆ ਲੋਕਾਂ ਨੂੰ ਵਾਅਦੇ ਦੀ ਧਰਤੀ ਦੇ ਉੱਤੇ ਲੈ ਕੇ ਗਿਆ। ਫਿਰ ਉਹਨਾਂ ਦੇ ਵਿੱਚ ਜੱਜਸ ਆਏ ਔਰ ਜੱਜਸ ਨੇ ਆਪਣਾ ਰੂਲ ਕੀਤਾ। ਫਿਰ ਪ੍ਰਭੂ ਨੇ ਪ੍ਰਭੂ ਅੱਗੇ ਉਹ ਰੋਏ, ਸਾਨੂੰ ਜੱਜਸ ਨਹੀਂ ਚਾਹੀਦੇ, ਸਾਨੂੰ ਰਾਜਾ ਚਾਹੀਦਾ। ਸੋ ਪ੍ਰਭੂ ਨੇ ਉਸ ਨੂੰ ਕਿਹਾ ਕਿ ਤੁਸੀਂ ਆਪਣੇ ਲਈ ਰਾਜਾ ਚੁਣ ਲਓ। ਸੋ ਪਹਿਲਾਂ ਉਹਨਾਂ ਨੇ ਸੌਲ ਨੂੰ ਚੁਣਿਆ ਆਪਣਾ ਰਾਜਾ, ਔਰ ਸੌਲ ਜਿਹੜਾ ਸੀਗਾ ਉਹ ਪ੍ਰਭੂ ਦੇ ਪਿੱਛੇ ਚੱਲਣ ਵਾਲਾ ਨਹੀਂ ਸੀ, ਪਰ ਫਿਰ 40 ਸਾਲ ਉਸਨੇ ਰਾਜ ਕੀਤਾ। ਸੌਲ ਤੋਂ ਗੱਦੀ ਖੋ ਕੇ ਉਸਨੇ ਦਾਊਦ ਨੂੰ ਦਿੱਤੀ। ਔਰ ਫਿਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦਾਊਦ ਜਿਹੜਾ ਪ੍ਰਭੂ ਨੂੰ ਪਿਆਰ ਕਰਦਾ ਸੀ, ਖੁਦਾਵੰਦ ਨੇ ਉਸਨੂੰ ਬਰਕਤ ਦਿੱਤੀ। ਦਾਊਦ ਦੇ ਕੋਲੋਂ ਵੀ ਗਲਤੀਆਂ ਹੋਈਆਂ ਔਰ ਲੇਕਿਨ ਅਸੀਂ ਇਹ ਦੇਖਿਆ ਕਿ ਸਾਊਲ ਔਰ ਦਾਊਦ ਦੇ ਵਿੱਚ ਫਰਕ ਸਿਰਫ ਇੰਨਾ ਸੀ ਕਿ ਸਾਊਲ ਜਿਸਲੇ ਗਲਤੀ ਕਰਦਾ ਸੀ ਤਾਂ ਉਹ ਦੌੜਦਾ ਸੀ ਪ੍ਰਭੂ ਦੇ ਨਬੀਆਂ ਦੇ ਕੋਲ। ਦਾਊਦ ਜਿਸਲੇ ਗਲਤੀ ਕਰਦਾ ਸੀ ਉਹ ਸਿੱਧਾ ਦੌੜਦਾ ਸੀ ਪ੍ਰਭੂ ਦੇ ਕੋਲ ਔਰ ਪ੍ਰਭੂ ਉਸ ਦੇ ਉੱਤੇ ਆਪਣੀ ਕਿਰਪਾ ਕਰਦਾ ਸੀ, ਉਸਨੂੰ ਮਾਫੀ ਮਿਲਦੀ ਸੀ। ਅਸੀਂ ਸਾਰੇ ਜ਼ਬੂਰ ਪੜ੍ਹ ਚੁੱਕੇ ਹਾਂ, ਦੇਖ ਚੁੱਕੇ ਹਾਂ। ਦਾਊਦ ਤੋਂ ਬਾਅਦ ਉਸ ਪ੍ਰਭੂ ਨੇ ਕਿਹਾ ਕਿ ਤੇਰਾ ਬੇਟਾ ਸੋਲੋਮਨ ਰਾਜ ਕਰੇਗਾ। ਸੋ ਸੁਲੇਮਾਨ ਨੂੰ ਪ੍ਰਭੂ ਨੇ ਗੱਦੀ ਦਿੱਤੀ। ਫਿਰ ਅਸੀਂ ਦੇਖਿਆ ਕਿ ਸੁਲੇਮਾਨ ਦਾ ਰਾਜ ਅਸੀਂ ਦੇਖਿਆ। ਸੁਲੇਮਾਨ ਦੇ ਸਮੇਂ ਦੇ ਵਿੱਚ ਪ੍ਰਭੂ ਮੰਦਿਰ ਬਣਾਇਆ ਗਿਆ। ਮੰਦਿਰ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਆਪਣੀ ਹਜ਼ੂਰੀ ਦਿੱਤੀ ਔਰ ਬਰਕਤ, ਉਹ ਸਾਰੀਆਂ ਚੀਜ਼ਾਂ ਅਸੀਂ ਦੇਖ ਚੁੱਕੇ ਹਾਂ। ਪਰ ਉਸ ਤੋਂ ਬਾਅਦ ਹੁਣ ਅਸੀਂ ਉਸ ਸਮੇਂ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਹੁਣ ਸੁਲੇਮਾਨ ਦੀ ਮੌਤ ਹੋ ਜਾਣੀ ਹੈ। ਸੋ ਆਓ ਉਹਨਾਂ ਹਿੱਸਿਆਂ ਨੂੰ ਦੇਖੀਏ ਔਰ ਫਿਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਪੜਾਂਗੇ, ਅੱਗੇ ਵਧਾਂਗੇ। ਸੋ ਇਹ ਇੱਥੇ ਤੱਕ ਅਸੀਂ ਆ ਚੁੱਕੇ ਹਾਂ। ਮੇਰੇ ਨਾਲ ਪਹਿਲਾ ਰਾਜਾ ਉਸਦਾ 11ਵਾਂ ਭਾਵ ਉਸਦੀ 41 ਤੋਂ ਲੈ ਕੇ 43 ਆਇਤ ਤੱਕ ਅਸੀਂ ਪਹਿਲਾਂ ਦੇਖਾਂਗੇ। ਜਿਸ ਨੂੰ ਮਿਲ ਜਾਏ ਪੜ੍ਹ
पहला राजा 11वां भाव ਉਹਦਾ 41 ਤੋਂ 43 ਆਇਤ ਬ੍ਰਦਰ ਜੀ 517 ਪੰਨਾ ਆ ਜੇ ਤੁਹਾਡੇ ਕੋਲ ਨਵੀਆਂ ਬਾਈਬਲਾਂ। ਸੁਲੇਮਾਨ ਦੇ ਬਾਕੀ ਦੇ ਸਭ ਕੰਮਾਂ ਅਤੇ ਬੁੱਧ ਦਾ ਬਿਆਨ ਸੁਲੇਮਾਨ ਦੇ ਇਤਿਹਾਸ ਦੀ ਪੋਥੀ ਵਿੱਚ ਮਿਲਦੇ ਹਨ। ਉਸਨੇ ਜਰੂਸਲਮ ਵਿੱਚ ਰਹਿ ਕੇ ਸਾਰੇ ਇਜ਼ਰਾਈਲ ਉੱਤੇ 40 ਸਾਲਾਂ ਤੱਕ ਰਾਜ ਕੀਤਾ। ਸੁਲੇਮਾਨ ਦੇ ਮਰਨ ਉੱਤੇ ਉਸ ਨੂੰ ਉਸਦੇ ਪਿਤਾ ਦਾਊਦ ਦੇ ਨਗਰ ਵਿੱਚ ਦਫਨਾ ਦਿੱਤਾ ਗਿਆ ਅਤੇ ਉਸ ਦੀ ਥਾਂ ਉਸ ਦਾ ਪੁੱਤਰ ਰੋਬੋਆਮ ਰਾਜਗੱਦੀ ਉੱਤੇ ਬੈਠਾ। ਰਾਜਗੱਦੀ ਤੇ ਬੈਠ ਗਿਆ। ਸੋ ਇਸ ਵੇਲੇ ਜਿਹੜੀ ਡਿਗਿੰਗ ਚੱਲਦੀ ਪਈ ਆ ਉਸ ਇਲਾਕੇ ਦੇ ਵਿੱਚ ਜਿਸ ਨੂੰ ਸਿਟੀ ਆਫ ਡੇਵਿਡ ਕਿਹਾ ਜਾਂਦਾ, ਉਹ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਮਿਲ ਗਈਆਂ ਹੈ। ਔਰ ਇਸ ਵੇਲੇ ਉਹ ਜਿਹੜੀ ਡਿਗਿੰਗ ਚੱਲਦੀ ਪਈ ਆ, ਉਹ ਜਿਹੜੀ ਖੋਜ ਚੱਲਦੀ ਪਈ ਆ, ਉਹ ਬੇਸਿਕਲੀ ਸੁਲੇਮਾਨ ਦੀ ਕਬਰ ਦੀ ਖੋਜ ਚੱਲਦੀ ਪਈ ਆ। ਸੋ ਇਹ ਲੇਟੈਸਟ ਜਿਹੜੇ ਉੱਥੋਂ ਨਿਊਜ਼ ਜਿਹੜੀ ਆ ਰਹੀ ਆ। ਸੋ ਐਨੀ ਹਾਓ ਇਹ ਮੈਂ ਮਾੜਾ ਜਿਹਾ ਤੁਹਾਨੂੰ ਦੱਸਣਾ ਮੰਗਦਾ ਸੀ। 900 ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 945 ਸਾਲ ਤੇ ਅਸੀਂ ਹੁਣ ਇਸ ਵੇਲੇ ਬੈਠੇ। 945 ਸਾਲ। ਔਰ ਰਾਹਬੋਆਮ ਜਿਹੜਾ ਉਸਦਾ ਪੁੱਤਰ ਸੀ, ਉਸ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ। ਔਰ ਈਵਨ ਦੋ ਰਾਹਬੋਆਮ ਦੀ ਜਿਹੜੀ ਤਿਆਰੀ ਪ੍ਰਭੂ ਨੇ ਸੁਲੇਮਾਨ ਨੇ ਬਹੁਤ ਕੀਤੀ ਸੀ, ਲੇਕਿਨ ਆਖਰੀ ਸਾਲਾਂ ਦੇ ਵਿੱਚ ਉਸਦਾ ਜਿਹੜਾ ਧਿਆਨ ਸੀ ਇਹਨਾਂ ਚੀਜ਼ਾਂ ਦੇ ਵੱਲ ਨਹੀਂ ਸੀ। ਆਖਰੀ ਦਿਨਾਂ ਦੇ ਵਿੱਚ ਕਿਉਂਕਿ ਉਹ ਆਪ ਥੜਕ ਗਿਆ ਸੀ, ਉਹ ਆਪ ਦੇਵੀ ਦੇਵਤਿਆਂ ਦੀ ਪੂਜਾ ਲੱਗ ਪਿਆ ਸੀ ਕਰਨ, ਆਪ ਆਪਣੀਆਂ ਪਤਨੀਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗ ਪਿਆ ਸੀਗਾ। ਔਰ ਪ੍ਰਭੂ ਨੂੰ ਉਸਨੇ ਹਰ ਪਾਸਿਓਂ ਪ੍ਰਭੂ ਦੇ ਨਾਮ ਨੂੰ ਬਦਨਾਮ ਕੀਤਾ। ਦਾਊਦ ਨੇ ਜਿੰਨਾ ਮੰਦਰਾਂ ਨੂੰ ਉੱਥੋਂ ਸਾਫ਼ ਕੀਤਾ ਸੀਗਾ, ਜਿੰਨਾ ਉੱਚੀਆਂ ਜਗ੍ਹਾਵਾਂ ਤੋਂ ਦਾਊਦ ਨੇ ਸਾਫ਼ ਕੀਤੀਆਂ ਸੀ ਇਜ਼ਰਾਈਲ ਤੋਂ, ਉਸ ਤੋਂ 10 ਗੁਣਾ ਜ਼ਿਆਦਾ ਉਸਨੇ ਬਣਾ ਦਿੱਤੀਆਂ। ਹਰ ਉੱਚੀ ਪਹਾੜੀ ਤੇ ਕੋਈ ਨਾ ਕੋਈ ਮੰਦਿਰ ਬਣਿਆ ਸੀ, ਹਰ ਜਗ੍ਹਾ ਤੇ ਹਰ ਕੋਨੇ ਤੇ ਮੰਦਿਰ ਬਣੇ ਹੋ ਸੀਗੇ। ਔਰ ਜਿੱਥੇ ਉਹਨਾਂ ਦੀ ਪੂਜਾ ਹੁੰਦੀ ਸੀਗੀ, ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਸੀ, ਜਿਹੜੀ ਜਿੱਥੋਂ ਉਹਦੀਆਂ ਰਾਣੀਆਂ ਆਈਆਂ ਸੀ। ਸੋ ਦੈਟ ਵਾਜ਼ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਲਓ ਕਿ ਇਹ ਸੁਲੇਮਾਨ ਦੀ ਡਿੱਗਣ ਦਾ ਕਾਰਨ ਸੀ। ਔਰ ਪ੍ਰਭੂ ਨੇ ਕਿਹਾ ਸੀ ਕਿ ਮੈਂ ਤੈਨੂੰ ਇੱਕ ਮੈਸਿਵ ਰਾਜਾ ਬਣਾਇਆ, ਤੈਨੂੰ ਮੈਂ ਇੱਕ ਮੈਸਿਵ ਕਿੰਗਡਮ ਦਿੱਤੀ ਸੀ, ਇੱਕ ਐਸੀ ਜਗ੍ਹਾ ਤੇ ਕਿੰਗਡਮ ਦਿੱਤੀ ਸੀ ਜਿਸ ਨੂੰ ਧਰਤੀ ਦਾ ਗੱਬ ਕਿਹਾ ਜਾਂਦਾ, ਧਰਤੀ ਦੀ ਧੁੰਨੀ ਕਿਹਾ ਜਾਂਦਾ। ਉੱਥੇ ਤੈਨੂੰ ਰਾਜ ਦਿੱਤਾ ਸੀ, ਪਰ ਜੋ ਤੂੰ ਕੀਤਾ ਇਹ ਠੀਕ ਨਹੀਂ ਕੀਤਾ। ਇੱਕ ਪਾਸੇ ਸਾਰਾ ਯੂਰਪ ਲੱਗਦਾ ਪਿਆ, ਦੂਜੇ ਪਾਸੇ ਸਾਰਾ ਅਰਬ ਲੱਗਦਾ ਪਿਆ, ਔਰ ਇਧਰ ਥੱਲੇ ਨੂੰ ਸਾਰਾ ਮਿਸਰ ਦਾ ਇਲਾਕਾ ਔਰ ਸਾਰੇ ਬਾਕੀ ਦੇ ਇਲਾਕੇ ਲੱਗਦੇ ਪਏ। ਸਮੁੰਦਰੀ ਰਸਤੇ ਹਿੰਦੁਸਤਾਨ ਤੱਕ ਜਾਂਦੇ ਪਏ ਆ, ਸਮੁੰਦਰੀ ਰਸਤੇ ਸਾਰੇ ਮੈਡੀਟਰੇਨੀਅਨ ਦੇ ਵਿੱਚ ਜਾਂਦੇ ਪਏ ਆ। ਇਟਲੀ, ਯੂਰਪ, ਜਿੰਨੇ ਵੀ ਅੱਜ ਯੂਰਪ ਦੇ ਕੰਟਰੀ ਆ, ਉਹਨਾਂ ਦੇ ਨਾਲ ਸਾਰੇ ਸਮੁੰਦਰੀ ਰਸਤੇ ਲੱਗਦੇ ਪਏ ਆ। ਵਪਾਰ ਹੋ ਰਿਹਾ, ਆ ਰਿਹਾ, ਜਾ ਰਿਹਾ। ਜਿਹੜਾ ਇਜ਼ਰਾਈਲ ਦੇ ਵਿੱਚ ਦੀ ਜਿਹੜੀਆਂ ਚੀਜ਼ਾਂ ਜਾ ਰਹੀਆਂ ਅੱਗੇ ਨੂੰ, ਉਹਦਾ ਟੈਕਸ ਆ ਰਿਹਾ, ਉਹਦੀ ਚੁੰਗੀ ਆ ਰਹੀ ਹੈ। ਇਹ ਸਭ ਕੁਝ ਹੋਣ ਤੇ ਵੀ ਉਸ ਬੰਦੇ ਨੇ ਇਹ ਕੰਮ ਕੀਤੇ, ਔਰ ਉਸਨੇ ਸਾਰੇ ਦੇਸ਼ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਪਾ ਦਿੱਤਾ। ਦੇਵੀ ਦੇਵਤਿਆਂ ਦੀ ਪੂਜਾ ਸ਼ੁਰੂ ਹੋ ਗਈ, ਔਰ ਪ੍ਰਭੂ ਦੇ ਨਾਮ ਨੂੰ ਉਸਨੇ ਦਾਗ ਲਾਇਆ। ਤਾਂ ਪ੍ਰਭੂ ਨੇ ਕਿਹਾ ਕਿ ਹੁਣ ਤੇਰਾ ਰਾਜ ਵੰਡ ਦਿੱਤਾ ਜਾਏਗਾ। ਜਿੱਥੇ ਇੱਕ ਇਕਨੋਮਿਕ ਹੱਬ ਸੀ, ਇਕਨੋਮਿਕ ਪਾਵਰ ਸੀ, ਹੁਣ ਬਾਕੀ ਦਾ ਸਮਾਂ ਜਿਹੜਾ ਅਸੀਂ ਦੇਖਣਾ, ਉਹ ਅਸੀਂ ਇਹ ਦੇਖਣਾ ਕਿ ਉਹ ਆਪਣਾ ਰਾਜ ਬਚਾਉਣ ਦੇ ਵਿੱਚ ਲੱਗੀ ਹੋਵੇ, ਆਪਣੇ ਰਾਜ ਨੂੰ ਬਚਾਉਣ ਦੇ ਵਿੱਚ ਲੱਗੇ ਹੋਵੇ। ਕਿਸੇ ਤਰ੍ਹਾਂ ਜਿੰਨਾ ਹਿੱਸਾ ਸਾਡੇ ਕੋਲ ਆਇਆ ਇੰਨਾ ਹੀ ਬਚ ਜਾਏ। ਸੋ ਹੁਣ ਰਾਹਬੋਆਮ ਜਿਹੜਾ ਉਸਦਾ ਪੁੱਤਰ ਆ, ਉਹ ਗੱਦੀ ਦੇ ਉੱਤੇ ਬੈਠਾ। ਔਰ ਅਸੀਂ ਹੁਣ 12ਵੇਂ ਭਾਵ ਤੇ ਆ ਗਏ ਹਾਂ, ਔਰ 12ਵੇਂ ਭਾਵ ਦੇ ਵਿੱਚ ਅਸੀਂ ਦੇਖਾਂਗੇ ਕਿ ਪ੍ਰਭੂ ਨੇ ਕਿਸ ਤਰ੍ਹਾਂ ਰਾਹਬੋਆਮ ਦੀ ਜਿਹੜੀ ਮੱਤ ਸੀ ਉਸਨੂੰ ਮਾਰ ਦਿੱਤਾ। ਆਓ ਅਸੀਂ ਪਹਿਲੀਆਂ ਇਸ ਦੀਆਂ 11 ਆਇਤਾਂ ਦੇਖਦੇ ਹਾਂ, ਜਿਸ ਨੂੰ ਮਿਲ
ਹਾਂਜੀ ਪੜ੍ਹਦੀ ਹੋਈ। ਰਹਬੁਆਮ ਸ਼ਕਮ ਦੀ ਥਾਂ ਨੂੰ ਗਿਆ, ਜਿੱਥੇ ਸਾਰੇ ਇਜ਼ਰਾਈਲ ਦੇ ਲੋਕ ਉਸ ਨੂੰ ਰਾਜਾ ਬਣਾਉਣ ਦੇ ਲਈ ਇਕੱਠੇ ਹੋਏ ਸਨ। ਪਰ ਜਦੋਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ, ਜੋ ਮਿਸਰ ਵਿੱਚ ਸੁਲੇਮਾਨ ਦੇ ਡਰ ਕਾਰਨ ਨੱਠ ਗਿਆ ਸੀ, ਇਸ ਦੀ ਖਬਰ ਮਿਲੀ ਤਾਂ ਉੱਥੋਂ ਵਾਪਸ ਮੁੜ ਆਇਆ। ਤਦ ਉੱਤਰੀ ਕਬੀਲਿਆਂ ਦੇ ਸਭ ਲੋਕਾਂ ਨੇ ਯਾਰਾਬੁਆਮ ਨੂੰ ਸੱਦਿਆ ਅਤੇ ਉਹ ਸਭ ਮਿਲ ਕੇ ਰਹਬੁਆਮ ਨਾਲ ਗੱਲਬਾਤ ਕਰਨ ਆਏ। ਉਹਨਾਂ ਨੇ ਰਹਬੁਆਮ ਨੂੰ ਕਿਹਾ, ਤੇਰੇ ਪਿਤਾ ਸੁਲੇਮਾਨ ਨੇ ਸਾਡੇ ਉੱਤੇ ਬਹੁਤ ਭਾਰ ਲੱਦਿਆ ਸੀ। ਹੁਣ ਜੇਕਰ ਤੂੰ ਸਾਡਾ ਉਹ ਭਾਰ ਹੌਲਾ ਕਰੇਗਾ ਤਾਂ ਅਸੀਂ ਤੇਰੇ ਵਫਾਦਾਰ ਰਹਿ ਕੇ ਤੇਰੀ ਸੇਵਾ ਕਰਾਂਗੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਜਾਓ ਅਤੇ 3 ਦਿਨਾਂ ਪਿੱਛੋਂ ਮੇਰੇ ਕੋਲ ਵਾਪਸ ਆਣਾ, ਤਾਂ ਮੈਂ ਤੁਹਾਨੂੰ ਉੱਤਰ ਦੇਵਾਂਗਾ। ਸੋ ਉਹ ਲੋਕ ਉਸ ਕੋਲੋਂ ਚਲੇ ਗਏ। ਫਿਰ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਤੋਂ ਸਲਾਹ ਲਈ ਜੋ ਉਸ ਦੇ ਪਿਤਾ ਸੁਲੇਮਾਨ ਦੇ ਸਲਾਹਕਾਰ ਰਹਿ ਚੁੱਕੇ ਸਨ। ਉਸਨੇ ਉਹਨਾਂ ਤੋਂ ਪੁੱਛਿਆ, ਤੁਹਾਡੀ ਕੀ ਸਲਾਹ ਹੈ ਕਿ ਮੈਂ ਇਹਨਾਂ ਲੋਕਾਂ ਨੂੰ ਉੱਤਰ ਦੇਵਾਂ? ਤੁਹਾਡੀ ਕੀ ਸਲਾਹ ਕਿ ਮੈਂ ਇਹਨਾਂ ਲੋਕਾਂ ਨੂੰ ਉੱਤਰ ਦੇਵਾਂ? ਉਹਨਾਂ ਬਜ਼ੁਰਗਾਂ ਨੇ ਉੱਤਰ ਦਿੱਤਾ, ਜੇਕਰ ਤੂੰ ਅੱਜ ਦੇ ਦਿਨ ਉਹਨਾਂ ਦੇ ਸੇਵਾਦਾਰ ਬਣੇ ਅਤੇ ਉਹਨਾਂ ਨਾਲ ਮਿੱਠੇ ਸ਼ਬਦ ਬੋਲੇਗਾ ਅਤੇ ਉਹਨਾਂ ਦੀ ਸੁਣੇਗਾ ਤਾਂ ਉਹ ਜੀਵਨ ਭਰ ਤੇਰੀ ਸੇਵਾ ਕਰਨਗੇ। ਪਰ ਰਹਬੁਆਮ ਨੇ ਇਹਨਾਂ ਬਜ਼ੁਰਗਾਂ ਦੀ ਸਲਾਹ ਦੀ ਕੋਈ ਪਰਵਾਹ ਨਾ ਕੀਤੀ, ਸਗੋਂ ਆਪਣੇ ਨੌਜਵਾਨ ਸਲਾਹਕਾਰਾਂ ਦੀ ਸਲਾਹ ਅਨੁਸਾਰ ਚੱਲਿਆ, ਜੋ ਉਸਦੇ ਨਾਲ ਖੇਲ ਕੁੱਦ ਕੇ ਜਵਾਨ ਹੋਏ ਸਨ। ਉਸਨੇ ਉਹਨਾਂ ਜਵਾਨ ਸਲਾਹਕਾਰਾਂ ਤੋਂ ਪੁੱਛਿਆ, ਮੈਂ ਇਹਨਾਂ ਲੋਕਾਂ ਨੂੰ ਕੀ ਉੱਤਰ ਦੇਵਾਂ ਜੋ ਮੈਨੂੰ ਕਹਿ ਰਹੇ ਹਨ ਕਿ ਮੈਂ ਉਹਨਾਂ ਦਾ ਭਾਰ ਹੌਲਾ ਕਰਾਂ? ਉਹਨਾਂ ਨੇ ਉੱਤਰ ਦਿੱਤਾ, ਤੂੰ ਉਹਨਾਂ ਨੂੰ ਇਸ ਤਰ੍ਹਾਂ ਉੱਤਰ ਦੇ, ਮੇਰੀ ਛੋਟੀ ਜਿਹੀ ਉਂਗਲੀ ਮੇਰੇ ਪਿਤਾ ਦੇ ਲੱਕ ਨਾਲੋਂ ਵੀ ਮੋਟੀ ਹੈ। ਇਸ ਲਈ ਮੇਰੇ ਪਿਤਾ ਨੇ ਜੋ ਤੁਹਾਡੇ ਉੱਤੇ ਭਾਰ ਲੱਦਿਆ ਸੀ, ਮੈਂ ਉਸ ਨੂੰ ਹੋਰ ਭਾਰਾ ਕਰਾਂਗਾ। ਉਸਨੇ ਤਾਂ ਕੇਵਲ ਤੁਹਾਨੂੰ ਸਧਾਰਨ ਕੋਟਲਿਆਂ ਨਾਲ ਮਾਰਿਆ ਸੀ, ਪਰ ਮੈਂ ਤੁਹਾਨੂੰ ਜਾਨਵਰਾਂ ਦੇ ਕੁੱਟਣ ਵਾਲੇ ਕੋਟਲਿਆਂ ਨਾਲ ਮਾਰਾਂਗਾ। ਹਾਂ, ਸੋ ਹੁਣ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੀ ਉਸਦੀ ਬੁੱਧੀ ਭ੍ਰਸ਼ਟ ਕਰਨ ਵਾਲੇ ਲੋਕ ਆ ਕਿੱਦਾਂ ਉਸਦੇ ਆਲੇ ਦੁਆਲੇ ਇਕੱਠੇ ਹੋ ਗਏ। ਪਰ ਸਭ ਤੋਂ ਪਹਿਲਾਂ ਸੁਲੇਮਾਨ ਨੂੰ ਆਪਣੇ ਲੋਕਾਂ ਤੇ ਇੰਨਾ ਭਾਰ ਲੱਦਣਾ ਕਿਉਂ ਪਿਆ? ਜੋ ਕੁਝ ਦਾਊਦ ਇਕੱਠਾ ਕਰਕੇ ਗਿਆ ਸੀਗਾ ਉਸਦੇ ਨਾਲ ਮੰਦਿਰ ਬਣ ਗਿਆ। ਜੋ ਕੁਝ ਦਾਊਦ ਇਕੱਠਾ ਕਰਕੇ ਗਿਆ ਸੀ ਉਸਦੇ ਨਾਲ ਉਸਦਾ ਆਪਣਾ ਮਹਿਲ ਵੀ ਬਣ ਗਿਆ। ਤੇ ਟੈਕਸ ਕਿਹੜੀ ਚੀਜ਼ ਦਾ? ਇਹ ਜਿਹੜਾ ਸਾਰਾ ਟੈਕਸ ਲੱਗਾ ਸੀ ਉਹ ਜਿਹੜੇ ਮੰਦਿਰ ਬਣੇ ਸੀ ਬਾਅਦ ਦੇ ਵਿੱਚ ਦੇਵੀ ਦੇਵਤਿਆਂ ਦੇ ਵਾਸਤੇ, ਉਹ ਟੈਕਸ ਉਸਨੇ ਆਪਣੇ ਲੋਕਾਂ ਦੇ ਉੱਤੇ ਲਾਇਆ ਸੀ ਔਰ ਉਹਨਾਂ ਦੇ ਨਾਲ ਉਹ ਮੰਦਿਰ ਬਣਦੇ ਪਏ ਸੀ। ਉਹਦਾ ਭਾਰ ਜਿਹੜਾ ਸੀਗਾ ਉਹ ਲੋਕਾਂ ਦੇ ਉੱਤੇ ਪਾਇਆ ਗਿਆ ਸੀ। ਸੁਲੇਮਾਨ ਦੇ ਜਿਉਂਦੇ ਜੀ ਤਾਂ ਉਹ ਬਹੁਤਾ ਨਹੀਂ ਬੋਲੇ, ਪਰ ਜਿਸਲੇ ਸੁਲੇਮਾਨ ਦੀ ਮੌਤ ਹੋਈ ਤਾਂ ਉਹਨਾਂ ਨੇ ਕਿਹਾ ਨਵਾਂ ਰਾਜਾ ਆਇਆ। ਔਰ ਇਸ ਨੂੰ ਅਸੀਂ ਕਹਿੰਦੇ ਹਾਂ, ਅਸੀਂ ਜਾ ਕੇ ਬੇਨਤੀ ਕਰਦੇ ਹਾਂ ਕਿ ਭਾਈ ਇਹਨੂੰ ਇਹਨਾਂ ਚੀਜ਼ਾਂ ਨੂੰ ਘਟਾ। ਤੇਰਾ ਬਾਪ ਮਰ ਗਿਆ, ਹੁਣ ਤਾਂ ਰਾਣੀਆਂ ਸਾਰੀਆਂ ਤੁਰ ਗਈਆਂ ਇੱਥੋਂ, ਹੁਣ ਇਹਨਾਂ ਚੀਜ਼ਾਂ ਨੂੰ ਰਹਿਣ ਦੇ ਤੇ ਸਾਡਾ ਜਿਹੜਾ ਸਾਡੇ ਉੱਤੇ ਇੰਨਾ ਟੈਕਸ ਤੁਸੀਂ ਲਾਇਆ ਇਸ ਨੂੰ ਘਟਾਓ। ਤੇ ਉਹਨੇ ਕਿਹਾ ਕਿ ਪਹਿਲਾਂ ਉਸਨੇ ਸਲਾਹ ਲਈ, ਆਪਣੇ ਸਲਾਹਕਾਰਾਂ ਬਜ਼ੁਰਗਾਂ ਤੋਂ ਸਲਾਹ ਲਈ। ਬਜ਼ੁਰਗਾਂ ਨੇ ਕਿਹਾ ਕਿ ਦੇਖ ਭਾਈ, ਜਦੋਂ ਉਹ ਆਉਣਗੇ ਉਹਨਾਂ ਨਾਲ ਮਿੱਠਾ ਪਿਆਰਾ ਬੋਲੀ। ਉਹਨਾਂ ਨੇ ਮਿੱਠਾ ਪਿਆਰਾ ਬੋਲੀ, ਯਾਨੀ ਕਹਿਣ ਦਾ ਮਤਲਬ ਕਿ ਪ੍ਰਭੂ ਨੇ ਮੈਨੂੰ ਤੁਹਾਡਾ ਸੇਵਾਦਾਰ ਚੁਣਿਆ, ਮੈਂ ਰਾਜਾ ਆ ਪਰ ਤੁਹਾਡੀ ਸੇਵਾ ਦੇ ਲਈ ਚੁਣਿਆ। ਔਰ ਜੇ ਤੂੰ ਮਿੱਠਾ ਹੋ ਕੇ ਗੱਲ ਕਰੇਗਾ, ਮਿੱਠਾ ਹੋ ਕੇ ਉਹਨਾਂ ਨੂੰ ਜਵਾਬ ਦੇਏਗਾ, और फिर चाहे तू घटाए तो चाहे ना घटाए, तो सिर्फ इन्ना ही कह दें कि हाँ मैं इस चीज को देखूंगा, इस चीज की कोशिश करूंगा और अपनी पूरी कोशिश के नाल मैं जो कर सकता हूं मैं करूंगा। चार चफेरे शांति है, कोई हमला नहीं करता पिया, फौज उन्होंने कोल सारा कुछ है। सो उसने उसकी बजाय कि यह कवे तो उसने जाके सलाह अपने मित्रों तो ले, कहना तू तो राजा बन गया, तेनों इन्हां दे मोहरे झुकण दी की जरूरत है? तू उन्होंने कहीं कि जेड़ देखो मेरी चीची देखो, मेरे
ਤੁਸੀਂ ਕਹਿੰਦੇ ਉਸਨੇ ਭਾਰ ਲੱਦਿਆ, ਮੈਂ ਤੁਹਾਨੂੰ ਦੱਸੂਗਾ ਭਾਰ ਹੁੰਦਾ ਕੀ। ਦੇਖੋ ਦੂਸਰਿਆਂ ਕਬੀਲਿਆਂ ਦੇ ਹੈਡ ਆ ਉਹ ਜਿਹੜੇ ਆਏ ਆ, ਇਹ ਚੀਜ਼ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ 12 ਕਬੀਲੇ ਆ ਔਰ ਹਰੇਕ ਕਬੀਲੇ ਦਾ ਹੈਡ ਆ, ਔਰ ਉਹ ਜਿਹੜਾ ਉਸ ਕਬੀਲੇ ਦਾ ਹੈਡ ਆ ਉਹ ਉਸ ਇਲਾਕੇ ਦੇ ਵਿੱਚ ਬੇਸਿਕਲੀ ਚੀਫ ਮਿਨਿਸਟਰ ਆ ਜਾਂ ਪ੍ਰੀਮੀਅਰ ਆ ਜਿੱਦਾਂ ਅਸੀਂ ਕਹਿ ਸਕਦੇ, ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ, ਉਹਨਾਂ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ। ਔਰ ਯਾਰਾਬਾਮ ਜਿਹੜਾ ਪ੍ਰਭੂ ਨੇ ਚੁਣਿਆ ਆ, ਰਾਜ ਨੂੰ ਜਿਹੜੇ 2 ਹਿੱਸਿਆਂ 'ਚ ਵੰਡ ਹੋਣਾ, ਔਰ ਜਿਹੜਾ ਦੂਸਰੇ ਰਾਜ ਦੇ ਲਈ ਜਿਹੜਾ ਪ੍ਰਭੂ ਨੇ ਚੁਣਿਆ ਆ ਉਹ ਵੀ ਨਾਲ ਆਇਆ, ਕਿਉਂਕਿ ਪ੍ਰਭੂ ਨੇ ਉਸ ਨੂੰ ਬਰਕਤ ਦਿੱਤੀ ਹੋਈ। ਔਰ ਕੱਲ ਨੂੰ ਅਸੀਂ ਮੂਵੀ ਦਾ ਥੋੜਾ ਜਿਹਾ ਹਿੱਸਾ ਦੇਖਾਂਗੇ, ਜਿਵੇਂ ਯਾਰਾਬਾਮ ਦਾ ਦੇਖਾਂਗੇ ਨਾ, ਕੱਲ ਨੂੰ ਮੂਵੀ ਦਾ ਥੋੜਾ ਜਿਹਾ ਹਿੱਸਾ ਉਹ ਦੇਖਾਂਗੇ। ਉਹਨੂੰ ਪ੍ਰਭੂ ਨੇ ਬਰਕਤ ਦਿੱਤੀ ਹੋਈ ਕਿ ਤੂੰ ਰਾਜਾ ਬਣੇਗਾ। तो कहता उसने क्या सी मैं राजा किदा बनूंगा, रावण मैं कोई हैगा या राजे का पुत्र। प्रभु ने कहा नहीं, तेन मैं चुन लिया, तेन मैं इजराइल दे 2 टोटे करूंगा और एक हिस्से का बड़े हिस्से का बेसिकली तेन मैं राजा बनूंगा। और वो जिस वेले उसने ये चीज सुनी है वो डर गया, पहला तो दौड़ गया, लेकिन हुण मिस्र तो वापस आ चुका। सो हुण असीं गां देखांगे कि प्रभु ने किस तरह उसनूं राज बख्शना। सो आओ असीं अगे इसनूं देखिए। 12 तो लैके 12 आयत तो लैके कोई जाना इसनूं पढ़दा 20 आयत तक। हाँ जी मैं पढ़ती हूँ। तद तीजे दिन राजा रहबोआम दी आग्या अनुसार याराबोआम सब इजराइली आदमियां दे नाल उस कोल आया, पर राजा ने बजुर्गां दी सलाह नूं रद्ददे होए उन्हां नाल बहुत सख्ती नाल बोलिया। उसने अपने जवान सलाहकारां दे कहण अनुसार कहा, मेरे पिता ने जो भार तुहाडे उत्ते लद्दिया सी मैं उस नूं होर तुहाडे उत्ते भारा करांगा। उसने तां तुहानूं सधारण कोटलियां नाल मारिया सी, पर मैं जानवरां नूं कुੱਟਣ वाले कोटलियां नाल तुहानूं मारांगा। असल विच रहबोआम ने ਇਹ ਸਭ ਕੁਝ ਪ੍ਰਭੂ ਦੀ ਇੱਛਾ ਅਨੁਸਾਰ ਕੀਤਾ ਅਤੇ ਬਜ਼ੁਰਗਾਂ ਦੀ ਸਲਾਹ ਨਾ ਮੰਨੀ, ਤਾਂ ਜੋ ਪ੍ਰਭੂ ਦੇ ਸ਼ੀਲੋ ਨਿਵਾਸੀ ਨਬੀ ਅਹੀਯਾ ਦੁਆਰਾ ਨਬਾਟ ਦੇ ਪੁੱਤਰ ਯਾਰਾਬੋਆਮ ਦੇ ਸੰਬੰਧ ਵਿੱਚ ਕਹੀ ਗੱਲ ਪੂਰੀ ਹੋਵੇ। ਇਸੇ ਲਈ ਰਾਜਾ ਦੇ ਲੋਕਾਂ ਦੀ ਗੱਲ ਉੱਤੇ ਕੋਈ ਧਿਆਨ ਨਾ ਦਿੱਤਾ। ਜਦੋਂ ਲੋਕਾਂ ਨੇ ਦੇਖਿਆ ਕਿ ਰਾਜਾ ਉਹਨਾਂ ਦੀ ਸੁਣ ਨਹੀਂ ਰਿਹਾ, ਤਾਂ ਉਹਨਾਂ ਨੇ ਰਾਜਾ ਰਹਿਬੋਆਮ ਨੂੰ ਉੱਤਰ ਦਿੱਤਾ, ਸਾਡਾ ਦਾਊਦ ਦੇ ਨਾਲ ਕੀ ਵਾਸਤਾ ਹੈ? ਜੱਸੀ ਦੇ ਪੁੱਤਰ ਨਾਲ ਸਾਡਾ ਕੋਈ ਵਿਰਸਾ ਸਾਂਝਾ ਨਹੀਂ ਹੈ। ਇਜ਼ਰਾਈਲੀ ਲੋਕੋ, ਆਓ ਅਸੀਂ ਆਪਣੇ ਘਰ ਚਲੀਏ, ਰਹਿਬੋਆਮ ਨੂੰ ਆਪਣਾ ਘਰ ਦੇਖਣ ਦੇਵੋ। ਇਸ ਤਰ੍ਹਾਂ ਇਜ਼ਰਾਈਲੀ ਲੋਕ ਆਪਣੇ ਘਰੀਂ ਵਾਪਸ ਚਲੇ ਗਏ। ਰਹਿਬੋਆਮ ਕੇਵਲ ਯਹੂਦਾ ਦੇ ਇਲਾਕੇ ਦਾ ਰਾਜਾ ਰਹਿ ਗਿਆ ਅਤੇ ਉਹ ਕੇਵਲ ਉਸ ਇਲਾਕੇ ਵਿੱਚ ਰਹਿ ਰਹੇ ਲੋਕਾਂ ਉੱਤੇ ਰਾਜ ਕਰਦਾ ਰਿਹਾ। ਤਦ ਰਹਿਬੋਆਮ ਨੇ ਬਿਗਾਰ ਲੈਣ ਵਾਲਿਆਂ ਦੇ ਪ੍ਰਬੰਧਕ ਅਦੋਰਾਮ ਨੂੰ ਉਹਨਾਂ ਤੋਂ ਕੰਮ ਲੈਣ ਘੱਲਿਆ, ਪਰ ਸਭ ਇਜ਼ਰਾਈਲੀਆਂ ਨੇ ਮਿਲ ਕੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸ ਘਟਨਾ ਦੀ ਖਬਰ ਸੁਣ ਕੇ ਰਹਿਬੋਆਮ ਤੁਰੰਤ ਆਪਣੇ ਰੱਥ ਉੱਤੇ ਚੜ੍ਹਿਆ ਅਤੇ ਯਰੂਸ਼ਲਮ ਨੂੰ ਨੱਠ ਗਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਜ਼ਰਾਈਲੀ ਦਾਊਦ ਦੇ ਟੱਬਰ ਤੋਂ ਆਕੀ ਹਨ। ਫਿਰ ਜਦੋਂ ਸਭ ਇਜ਼ਰਾਈਲੀਆਂ ਨੂੰ ਪਤਾ ਲੱਗਾ ਕਿ ਯਾਰਾਬੋਆਮ ਮਿਸਰ ਤੋਂ ਮੁੜ ਆਇਆ ਹੈ, ਤਾਂ ਉਹਨਾਂ ਨੇ ਉਸ ਨੂੰ ਆਪਣੀ ਸੰਗਤ ਵਿੱਚ ਸੱਦ ਕੇ ਸਾਰੇ ਇਜ਼ਰਾਈਲ ਦਾ ਰਾਜਾ ਬਣਾ ਲਿਆ। ਦਾਊਦ ਦੇ ਵੰਸ਼ ਪਿੱਛੋਂ ਕੇਵਲ ਯਹੂਦਾ ਦੇ ਹੀ ਲੋਕ ਰਹੇ। ਲੋਕ ਹੀ ਰਹਿ ਗਏ। ਸੋ ਬੇਸਿਕਲੀ ਉਹਨਾਂ ਦੇ ਕੋਲ ਯਹੂਦਾ ਔਰ ਬਿਨਯਾਮਿਨ ਦੇ ਕਬੀਲੇ ਔਰ ਅੱਧਾ ਲੇਵੀਆਂ ਦਾ ਟੱਬਰ ਸੀਗਾ ਜਿਹੜਾ ਕਿ ਉਹਨਾਂ ਦੇ ਕੋਲ ਰਹਿ ਗਿਆ, ਔਰ ਬਾਕੀ ਦਾ ਜਿਹੜੇ ਸੀਗੇ 9.5 ਕਬੀਲੇ ਉਹ ਇੱਕ ਪਾਸੇ ਹੋ ਗਏ, ਉਹਨਾਂ ਨੇ ਆਪਣਾ ਰਾਜ ਬਣਾ ਲਿਆ। ਅਗਰ ਅਸੀਂ ਇਸ ਨੂੰ ਮੈਪ ਦੇ ਵਿੱਚ ਦੇਖਾਂਗੇ ਤਾਂ ਉੱਥੇ ਹੋਰ ਖੁੱਲ ਕੇ ਚੀਜ਼ਾਂ ਸਾਹਮਣੇ ਆਉਣਗੀਆਂ। So there you go.
तो आ ਜਿਹੜਾ ਸਾਰਾ ਇਲਾਕਾ ਆ ਜਿਹੜਾ ਜੈਫਾ ਸ਼ਕਮ ਸਮਾਰਿਆ ਆ ਜਿਹੜਾ ਜਿੰਨਾ ਵੀ ਇਲਾਕਾ ਮਨੱਸੇ ਦੇ ਕਬੀਲੇ ਦਾ ਜਿਹੜਾ ਇਲਾਕਾ ਆ ਇਹ ਸਾਰਾ ਇਲਾਕੇ ਦੇ ਵਿੱਚ ਜਿੰਨੇ ਵੀ ਕਬੀਲੇ ਆ ਇਹ ਸਾਰੇ ਜਿਹੜੇ ਕਬੀਲਿਆਂ ਦਾ ਜਿਹੜਾ ਰਾਜ ਇਹਨਾਂ ਦੇ ਉੱਤੇ ਜਿਹੜਾ ਰਾਜ ਆ ਉਹ ਇਸ ਵੇਲੇ ਜਿੱਥੇ ਅਸੀਂ ਬੈਠੇ ਆ ਉਹ ਯਾਰਾਬੋਆਮ ਦਾ ਰਾਜ ਆ। ਸੋ 2 ਟੋਟੇ ਹੋ ਗਏ। ਇਸ ਇਲਾਕੇ ਦਾ ਨਾਮ ਜਿਹੜਾ ਰੱਖਿਆ ਗਿਆ ਇਸਨੂੰ ਕਿੰਗਡਮ ਆਫ ਇਸਰਾਇਲ ਕਿਹਾ ਗਿਆ। ਇਹਦਾ ਨਾਮ ਇਜ਼ਰਾइल ਹੁਣ ਆਉਣਾ। ਜਿਸ ਵੇਲੇ ਅਸੀਂ ਪੜ੍ਹਨਾ ਇਜ਼ਰਾइल ਦੇ ਰਾਜੇ ਉਸ ਵੇਲੇ ਅਸੀਂ ਇਸ ਇਲਾਕੇ ਦੇ ਬਾਰੇ ਪੜ੍ਹਦੇ ਪਏ। ਜਿਸ ਲਈ ਅਸੀਂ ਪੜ੍ਹਦੇ ਪਏ ਯਹੂਦਾ ਦਾ ਰਾਜਾ ਉਸ ਵੇਲੇ ਅਸੀਂ ਇਸ ਇਲਾਕੇ ਦੇ ਬਾਰੇ ਪੜ੍ਹਦੇ ਪਏ ਹਾਂ। ਸੋ ਸਿਰਫ ਦਾਊਦ ਦੇ ਕਬੀਲੇ ਦੇ ਕੋਲ ਇੰਨਾ ਰਾਜ ਰਹਿ ਗਿਆ। ਬਹੁਤੇ ਹਿੱਸੇ ਦੇ ਉੱਤੇ ਜਿਹੜਾ ਰਾਜ ਆ ਉਹ ਇਸ ਵੇਲੇ ਜਿਹੜਾ ਉਹ ਯਾਰਾਬੋਆਮ ਦੇ ਕੋਲ ਚਲਾ ਗਿਆ। 2 ਟੁਕੜੇ ਉਹਨਾਂ ਦੇ ਹੋ ਗਏ। ਲੇਕਿਨ ਅਗਰ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਜਿਹੜੇ ਦੁਸ਼ਮਣ ਆ ਆਲੇ ਦੁਆਲੇ ਉਹ ਨਹੀਂ। ਔਰ ਇਧਰਲੇ ਪਾਸੇ ਅਸੀਂ ਅਸੀਰੀਅਨ ਲੋਕ ਦੇਖਦੇ ਪਏ। ਹੁਣ ਅਸੀਂ ਅਸੀਰੀਅਨ ਲੋਕਾਂ ਦੇ ਬਾਰੇ ਸਿੱਖਾਂਗੇ 1-2 ਦਿਨਾਂ ਤੱਕ ਕਿ ਅਸੀਰੀਅਨ ਲੋਕ ਕੌਣ ਸੀਗੇ। ਸੋ ਇੱਥੇ ਅਸੀਂ ਉਹ ਆਰਾਮ ਦੇ ਲੋਕ ਦੇਖਦੇ ਪਏ ਔਰ ਇੱਥੇ ਅਸੀਂ ਅਮੋਨੀ ਲੋਕ ਦੇਖਦੇ ਪਏ, ਮੁਆਬੀ ਲੋਕ ਦੇਖਦੇ ਪਏ, ਅਦੋਮੀ ਲੋਕ ਦੇਖਦੇ ਪਏ ਔਰ ਇਧਰਲੇ ਪਾਸਿਓਂ ਅਸੀਂ ਜਿਹੜੀਆਂ ਹੋਰ ਇਧਰੋਂ ਅਰਾਬੂ ਜਿਹੜੀਆਂ ਜਿੰਨੀਆਂ ਵੀ ਇਧਰਲੇ ਪਾਸੇ ਛੋਟੇ ਛੋਟੇ ਰਾਜ ਆ ਅਸੀਂ ਉਹਨਾਂ ਨੂੰ ਦੇਖਦੇ ਪਏ ਹਾਂ। ਦੁਸ਼ਮਣ ਆਲੇ ਦੁਆਲੇ ਉਨੇ ਹੀ ਆ ਲੇਕਿਨ ਜਿਹੜੀ ਸ਼ਕਤੀ ਆ ਉਹ ਡਿਵਾਈਡ ਹੋ ਗਈ। ਇਹਨਾਂ ਦੀ ਆਪਣੀ ਜਿਹੜੀ ਤਾਕਤ ਆ ਉਹ 2 ਹਿੱਸਿਆਂ ਦੇ ਵਿੱਚ ਵੰਡ ਹੋ ਗਈ। ਯਹੂਦਾ ਦੇ ਉੱਤੇ ਇਸ ਵੇਲੇ ਉਹਨਾਂ ਦੇ ਕੋਲ ਬੇਸਿਕਲੀ 2.5 ਕਬੀਲੇ ਆ ਔਰ ਇੱਥੇ ਲੋਕੀ ਅਸੀਂ ਜਿਸ ਲਈ ਦੇਖਦੇ ਪਏ ਆ ਕਿ ਇਹ ਜਿਹੜੀ ਥੋੜੀ ਜਿਹੀ ਜਿਹੜੀ ਧਰਤੀ ਸੀਗੀ ਜ਼ਿਆਦਾ ਧਰਤੀ ਦਾ ਹਿੱਸਾ ਯਹੂਦਾ ਦਾ ਕਬੀਲਾ ਸੀ। ਇੱਥੇ ਬਿਨਯਾਮਿਨ ਦਾ ਕਬੀਲਾ ਸੀ ਔਰ ਫਿਰ ਅਸੀਂ ਜਿਹੜੇ ਬਾਕੀ ਦੇ ਕਬੀਲੇ ਜਿਹੜੇ ਉਹ ਸਾਰੇ ਇਧਰਲੇ ਪਾਸੇ ਨੂੰ ਦੇਖਦੇ ਪਏ ਆ ਔਰ ਸਾਨੂੰ ਪਤਾ ਕਿ ਲੇਵੀਆਂ ਦੇ ਕਬੀਲੇ ਨੂੰ ਕੋਈ ਧਰਤੀ ਨਹੀਂ ਦਿੱਤੀ ਗਈ ਸੀ। ਸੋ ਇਹ ਅੱਜ ਅਸੀਂ ਦੇਖਿਆ ਕਿ ਇੱਥੋਂ ਪ੍ਰਭੂ ਨੇ ਉਹਨਾਂ ਦਾ ਰਾਜ ਵੰਡ ਦਿੱਤਾ ਔਰ ਉਸਨੇ ਯਾਰਾਬੋਆਮ ਨੂੰ ਵੀ ਰਾਜ ਦੇ ਦਿੱਤਾ ਇਸ ਇਲਾਕੇ ਦੇ ਉੱਤੇ। ਸੋ ਦਿਸ ਇਜ਼ ਵਾਟ ਵੀ ਆਰ ਸੀਇੰਗ। ਸੋ ਹੁਣ ਅਸੀਂ ਗਾਂ ਜਿਸ ਲਈ ਪੜ੍ਹਨਾ ਅਸੀਂ ਹੁਣ ਇਸ ਨੂੰ ਇਸ ਤਰ੍ਹਾਂ ਪੜ੍ਹਨਾ ਤਦ ਯਹੂਦਾ ਦਾ ਰਾਜਾ ਕੌਣ ਬਣਿਆ ਫਿਰ ਇਜ਼ਰਾइल ਦਾ ਰਾਜਾ ਕੌਣ ਬਣਿਆ। ਸੋ ਅਸੀਂ ਜਿਸ ਵੇਲੇ ਵੀ ਇਹ 2 ਚੀਜ਼ਾਂ ਦੇਖਣੀਆਂ ਯਹੂਦਾ ਦਾ ਰਾਜਾ ਮਤਲਬ ਕਿ ਹੁਣ ਇਹ ਦੋ ਰਾਜ ਬਣ ਚੁੱਕੇ ਆ ਕਿ ਇਹਦਾ ਰਾਜਾ ਕੌਣ ਬਣਿਆ ਤੇ ਇਹਦਾ ਰਾਜਾ ਕੌਣ ਬਣਿਆ, ਇਹਦਾ ਰਾਜਾ ਕੌਣ ਬਣਿਆ ਤੇ ਇਹਦਾ ਰਾਜਾ ਕੌਣ ਬਣਿਆ। ਹੁਣ ਅਸੀਂ 2 ਰਾਜ ਬਰਾਬਰੀ ਚੱਲਦੇ ਦੇਖਣੇ ਆ। ਤੋ ਅਸੀਂ ਕੱਲ ਨੂੰ ਸ਼ੁਰੂ ਕਰਾਂਗੇ ਇਹਨਾਂ ਦੋਨਾਂ ਰਾਜਾਂ ਜਿਹੜੇ 2 ਪਾਸੇ ਦੇ ਜਿਹੜੇ ਰਾਜ ਆ ਬਰਾਬਰ ਜਿਹੜੇ ਚੱਲਦੇ ਪਏ ਆ ਇਹਨਾਂ ਦੇ ਦੋਨਾਂ ਨੂੰ ਅਸੀਂ ਕੱਲ ਨੂੰ ਦੇਖਾਂਗੇ। ਆਓ ਦੁਆ ਕਰੀਏ ਔਰ ਕੱਲ ਨੂੰ ਅਸੀਂ ਥੋੜਾ ਬਹੁਤਾ ਜਿਹੜੀ ਬਰਕਤ ਸੁਲੇਮਾਨ ਨੂੰ ਜਿਹੜਾ ਸਰਾਫ ਮਿਲਿਆ ਔਰ ਯਾਰਾਬੋਆਮ ਨੂੰ ਜਿਹੜੀ ਬਰਕਤ ਮਿਲੀ ਉਹਨਾਂ ਨੂੰ ਦੇਖਾਂਗੇ। ਫਿਰ ਅਸੀਂ ਇਹਨਾਂ ਦੇ ਦੁਸ਼ਮਣਾਂ ਨੂੰ ਵੱਧਦੇ ਦੇਖਾਂਗੇ। ਫਿਰ ਅਸੀਂ ਦੇਖਾਂਗੇ ਕਿ ਬਾਕੀ ਦੇ ਰਾਜਾਂ ਦੇ ਵਿੱਚ ਇਸ ਵੇਲੇ ਕੀ ਚੱਲਦਾ ਪਿਆ, ਬਾਕੀ ਦੀ ਦੁਨੀਆ ਦੇ ਵਿੱਚ ਕੀ ਚੱਲਦਾ ਪਿਆ, ਉਹਨਾਂ ਚੀਜ਼ਾਂ ਨੂੰ ਵੀ ਨਾਲ ਦੇਖਾਂਗੇ ਔਰ ਕੱਲ ਨੂੰ ਆਪਾਂ ਇੱਥੋਂ ਸ਼ੁਰੂ ਕਰਾਂਗੇ। ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਈਏ। ਪਿਆਰੇ ਪ੍ਰਭੂ ਮੈਂ ਤੇਰਾ ਸ਼ੁਕਰ ਕਰਦਾ ਕਿ ਅੱਜ ਅਸੀਂ ਇੱਕ ਵਾਰ ਫਿਰ ਤੇਰਾ ਵਚਨ ਨੂੰ ਸ਼ੁਰੂ ਕਰ ਸਕੇ। ਕੱਲ ਤੋਂ ਅਸੀਂ ਖੁਦਾਵੰਦ ਇਸ ਵਚਨ ਨੂੰ ਅੱਗੇ ਲੈ ਕੇ ਜਾਵਾਂਗੇ, ਦੇਖਾਂਗੇ ਖੁਦਾਵੰਦ ਕਿ ਕਿਸ ਤਰ੍ਹਾਂ ਤੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਔਰ ਤੇਰੀਆਂ ਦਿੱਤੀਆਂ ਹੋਏ ਬਖਸ਼ਿਸ਼ਾਂ ਖੁਦਾਵੰਦ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ। ਸੋ ਸਾਨੂੰ ਤੇਰੇ ਸ਼ਬਦ ਨੂੰ, ਤੇਰੇ ਮੂੰਹ ਦੇ ਆਏ ਸ਼ਬਦ ਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਕਿ ਖੁਦਾਵੰਦ ਕਿ ਤੇਰੇ ਸ਼ਬਦ ਖਾਲੀ ਹੈ, ਤੇਰਾ ਸ਼ਬਦ ਹਮੇਸ਼ਾ ਆਪਣਾ ਕੰਮ ਕਰਕੇ ਪੂਰਾ ਹੁੰਦਾ। ਸੋ ਪਿਆਰੇ ਪ੍ਰਭੂ ਸਾਡੇ ਉੱਤੇ ਦਇਆ ਕਰੀ। ਮੈਂ ਆਪਣੇ ਭੈਣਾਂ ਭਰਾਵਾਂ ਨੂੰ ਤੇਰੇ ਹੱਥਾਂ 'ਚ ਦਿੰਦਾ, ਖਾਸ ਕਰਕੇ ਖੁਦਾਵੰਦ ਮੈਂ ਉਸ ਪਰਿਵਾਰ ਦੇ ਲਈ ਦੁਆ ਕਰਦਾ ਜਿੱਥੇ ਅੱਜ ਇੰਨਾ ਵੱਡਾ ਹਾਦਸਾ ਹੋਇਆ ਔਰ ਪ੍ਰਭੂ ਜੀ ਤੂੰ ਉਸ ਪਰਿਵਾਰ ਦੇ ਉੱਤੇ ਤੂੰ ਰਹਿਮ ਕਰੀ, ਦਇਆ ਕਰੀ, ਬੱਚਿਆਂ ਦੇ ਉੱਤੇ ਰਹਿਮ ਕਰੀ, ਉਸ ਭੈਣ ਦੇ ਉੱਤੇ ਰਹਿਮ ਕਰੀ। ਕਲੀਸਿਆ ਦੇ ਨਾਲ ਖੁਦਾਵੰਦ ਤੂੰ ਤੇਰੀ ਦਇਆ ਬਣੀ ਰਹੇ ਔਰ ਕਲੀਸਿਆ ਖੁਦਾਵੰਦ ਨੂੰ ਇਸ ਵੇਲੇ ਪ੍ਰਭੂ ਜੀ ਇਹ ਸਾਰੀਆਂ ਚੀਜ਼ਾਂ ਸੰਭਾਲਣੀਆਂ ਪੈਣੀਆਂ। ਪਾਸਟਰ ਬੇਦੀ ਨੂੰ ਪ੍ਰਭੂ ਜੀ ਤੂੰ ਬੁੱਧ ਦੇ ਕੇ ਰੱਖੀ। ਇਹ ਸਾਰੇ ਸਮੇਂ ਦੇ ਵਿੱਚ ਖੁਦਾਵੰਦ ਤੇਰਾ ਰਹਿਮ ਬਣਿਆ ਰਹੇ, ਤੇਰੀ ਦਇਆ ਬਣੀ ਰਹੇ।
मैं अपने आप नूं और अपने भैणां भरावां नूं तेरे पवित्र हत्थां दे विच सौंपदा। सानू बुरे और बुराई तो बचा के रखी, अपनी नजदीकी दे विच बना के रखी। प्रभु यीशु मसीह दे मिठे और प्यारे नाम दे विच मंगदे और सारे भैण भरा कहण आमीन। ब्लैस यू, खुदावंद तुहानू बरकत दे। अगर सिस्टर नीना नूं कोई जना फोन जरूर कर देवे, क्योंकि उन्होंने फिर पता लग जाऊगा। ब्लैस यू, खुदावंद तुहानू बरकत दे, तुहाडे सारियां दे नाल बने।